ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਸਿੰਘ ਚਾਵਲਾ ਆਪ ਜੀ ਦਾ ਆਪਣਾ ਟਰਬਨ ਟਰੈਵਲਰ ਅੱਜ ਲੈ ਕੇ ਆਇਆ ਇੱਕ ਨਵਾਂ ਪ੍ਰੋਗਰਾਮ ਸਵਾਲ ਸੰਗਤ ਦੇ। ਇੱਕ ਤਰਫ ਕਰੋਨਾ ਦਾ ਮਾਹੌਲ ਹੈ ਤੇ ਦੂਸਰੀ ਤਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦਾ। ਤੇ ਅੱਜ ਸਾਡੇ ਨਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਜਿਨ੍ਹਾਂ ਦੀ ਤਾਰੀਫ ਵਾਸਤੇ ਕੋਈ ਮੁਹਤਾਜ ਨਹੀਂ ਹੈ ਤੇ ਉਹਨਾਂ ਦਾ ਨਾਂ ਹੈ ਸਰਦਾਰ ਮਨਜੀਤ ਸਿੰਘ ਜੀ ਜੀਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਸੰਗਤਾਂ ਦੇ ਸਵਾਲਾਂ ਦੀ ਤੇ ਨਾਲ ਹੀ ਉਹਨਾਂ ਦੇ ਸੁਜੈਸ਼ਨਸ ਦੀ। ਚਲੋ ਚੋਣਾਂ ਤੋਂ ਸੰਬੰਧਿਤ ਜੀ ਤੁਹਾਡੇ ਨਾਲ ਕੁਝ ਗੱਲ ਕਰਨੇ ਹੈਗੇ ਆ। ਗੁਰੂ ਘਰ ਵਿੱਚ ਗੋਲਕ ਦੀ ਚੋਰੀ, ਸੱਚ ਜਾਂ ਝੂਠ? ਜਿਨੇ ਵੀ ਇਲੈਕਸ਼ਨ ਹੁੰਦੇ ਨੇ, ਜਿੱਥੇ ਵੀ ਹੁੰਦੇ ਨੇ, ਚਾਹੇ ਉਹ ਪੋਲੀਟੀਕਲ ਹੋਣ ਜਾਂ ਗੁਰੂ ਘਰ ਦੇ ਹੋਣ, ਜਦ ਵੀ ਕੋਈ ਇਲੈਕਸ਼ਨ ਆਉਂਦਾ ਹੈਗਾ ਤੇ ਅਕਸਰ ਇਹ ਦੇਖਿਆ ਗਿਆ ਹੈਗਾ ਕਿ ਇੱਕ ਬਲੇਮ ਗੇਮ ਹੁੰਦਾ ਹੈਗਾ। ਇੱਕ ਦੂਜੇ 'ਤੇ ਅਸੀਂ ਕੋਈ ਨਾ ਕੋਈ ਐਸਾ ਇਲਜ਼ਾਮ ਲਗਾਉਂਦੇ ਹੈਗੇ ਆ। ਅਸੀਂ ਅੱਜ ਤੱਕ ਕਿਸੇ ਵੀ ਪੂਰਵ ਪ੍ਰਧਾਨ ਤੋਂ ਇਹ ਨਹੀਂ ਪੁੱਛਿਆ ਕਿ ਭਾਈ ਤੂੰ 4 ਸਾਲ ਗੁਜ਼ਾਰੇ ਨੇ, ਉਹ 4 ਸਾਲਾਂ ਦੇ ਵਿੱਚ ਤੁਸੀਂ ਐਜੂਕੇਸ਼ਨ 'ਤੇ ਕੀ ਕੰਮ ਕੀਤਾ, ਤੁਸੀਂ ਹੈਲਥ ਦੇ ਉੱਤੇ ਕੀ ਕੰਮ ਕੀਤਾ, ਧਰਮ ਪ੍ਰਚਾਰ ਦਾ ਕੀ ਕੰਮ ਹੋਇਆ। ਅਸੀਂ ਇੱਕ ਦੂਜੇ ਦੇ ਉੱਤੇ ਸਿਰਫ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਹਾਂ, ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਹਾਂ ਬਿਨਾਂ ਇਹ ਸੋਚੇ ਸਮਝੇ ਕਿ 4 ਉਂਗਲਾਂ ਸਾਡੇ ਵੱਲ ਵੀ ਹੈਗੀਆਂ। ਇਸ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਇਹ ਜਿਸ ਨੂੰ ਕਹਿੰਦੇ ਕਿ ਦੇਸ਼ 'ਚ ਚੀਜ਼ ਨਾਲ ਆਉਂਦੀ ਹੈ। ਖਾਲੀ ਇਹੀ ਨਹੀਂ, ਇੱਥੇ ਪੈਸੇ ਵੀ ਵੰਡੇ ਜਾਂਦੇ ਨੇ, ਇੱਥੇ ਸ਼ਰਾਬਾਂ ਵੀ ਵੰਡੀਆਂ ਜਾਂਦੀਆਂ ਨੇ। ਅਸੀਂ ਆਪਣੀ ਪਾਰਟੀ ਤੋਂ ਪਹਿਲੇ ਦਿਨ ਅਨਾਉਂਸ ਕਰ ਦਿੱਤਾ ਸੀਗਾ ਕਿ ਜੇ ਕਿਸੇ ਨੇ ਸ਼ਰਾਬ ਵੰਡਦਾ ਵੀ ਮੇਰਾ ਕੈਂਡੀਡੇਟ ਪਕੜਿਆ ਗਿਆ, ਪੈਸੇ ਵੰਡਦਾ ਵੀ ਪਕੜਿਆ ਗਿਆ, ਮੈਂ ਉਹਦਾ ਕੈਂਡੀਡੇਚਰ ਕੈਂਸਲ ਕਰਾਂਗਾ। ਇਲੈਕਸ਼ਨ ਦੇ ਵਿੱਚ ਸਾਰਾ ਕੁਝ ਹੁੰਦਾ ਹੈ, ਲੇਕਿਨ ਮੈਂ ਇਹ ਸਮਝਦਾ ਵਾਂ ਕਿ ਇਹ ਗੱਲਾਂ ਇਹ ਅਸੀਂ ਇੱਕ ਦੂਜੇ 'ਤੇ ਸਿਆਸੀ ਬੰਦੇ ਧਾਰਮਿਕ ਸਿਆਸਤ ਦੀ ਗੱਲ ਕਰ ਰਹੇ ਹਾਂ। ਅਸੀਂ ਵੀ ਉਸੇ ਤਰੀਕੇ ਇਲਜ਼ਾਮ ਲਾਉਂਦੇ ਹਾਂ ਜਿਵੇਂ ਸਿਆਸੀ ਬੰਦੇ ਲਾਉਂਦੇ ਨੇ। ਸੰਗਤ ਬੜੀ ਸਿਆਣੀ ਹੈ। ਸੰਗਤ ਫਿਰ ਵੀ ਉਹ ਲਾਈਨਸ ਦੇ ਅੰਦਰ ਇਨ ਬਿਟਵੀਨ ਦੀ ਲਾਈਨਸ ਉਹ ਪੜ੍ਹ ਲੈਂਦੀ ਹੈ ਕਿ ਕਿੰਨੇ ਕੰਮ ਕੀਤਾ, ਕਿੰਨੇ ਨਹੀਂ ਕੀਤਾ। ਸੋ ਹਰੇਕ ਨੂੰ ਆਪਣੇ ਕੰਮ ਅੱਗੇ ਲੈ ਕੇ ਆਉਣੇ ਚਾਹੀਦੇ ਨੇ, ਕੰਮ ਦੱਸਣੇ ਚਾਹੀਦੇ ਨੇ। ਸੰਗਤ ਉਹੀ ਸੁਣਨਾ ਚਾਹੁੰਦੀ ਹੈ। ਇਹ ਜਿਹਨੂੰ ਕਹਿੰਦੇ ਨਾ ਵੀ ਸ਼ੁੱਡ ਨਾਟ ਵਾਸ਼ ਆਰ ਡਰਟੀ ਲਿਨਨ ਇਨ ਪਬਲਿਕ, ਇਹ ਨਹੀਂ ਹੋਣਾ ਚਾਹੀਦਾ, ਇਹਦਾ ਨੁਕਸਾਨ ਹੁੰਦਾ ਹੈ। ਲੇਕਿਨ ਮੈਂ ਸਮਝਦਾ ਕਿ ਇਹਦੇ 'ਚ ਹੁਣ ਮੈਂ ਕਹਾਂ ਉਹ ਕਰਦੇ ਨੇ, ਮੈਂ ਨਹੀਂ ਕਰਦਾ, ਮੈਂ ਕਰਦਾ ਵਾਂ ਉਹ ਨਹੀਂ ਕਰਦੇ। ਮੈਂ ਸਮਝਦਾ ਇਹ ਮੁਰਗੀ ਪਹਿਲੇ ਹੋਈ ਕਿ ਅੰਡਾ ਪਹਿਲੇ ਹੋਇਆ, ਇਹ ਇਨਬਿਲਟ ਪ੍ਰੋਬਲਮ ਹੈ। ਹਾਂ, ਮੈਂ ਇਸ ਨੂੰ ਅਵੋਇਡ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਜਿੰਨੀ ਹੋ ਸਕੇ, ਲੇਕਿਨ ਜਦੋਂ ਜਵਾਬ ਦੇਣੇ ਪੈ ਜਾਣ, ਜਦੋਂ ਸਿਰੋਂ ਪਾਣੀ ਲੰਘ ਜਾਵੇ, ਫਿਰ ਤੁਹਾਡੇ ਕੋਲ ਰਾਹ ਕੋਈ ਨਹੀਂ ਰਹਿੰਦਾ। ਤੁਹਾਨੂੰ ਕੀ ਅੰਦਰੋਂ ਥਰੂ ਯੋਰ ਹਾਰਟ ਤੁਹਾਨੂੰ ਇਹ ਲੱਗਦਾ ਹੈ ਕਿ ਜੇ ਤੁਸੀਂ ਹੋ ਜਾਂ ਕੋਈ ਵੀ ਹੋਵੇ ਕਿ ਜਿਹੜੇ ਬੰਦੇ ਗੁਰੂ ਘਰ ਵਿੱਚ ਇੰਨਾ ਵਿਸ਼ਵਾਸ ਰੱਖਦੇ ਹੋਣ, ਉਹਨਾਂ ਦੀ ਪ੍ਰਧਾਨਗੀਆਂ ਉਹਨਾਂ ਨੇ ਇੰਜੋਏ ਕੀਤੀਆਂ ਹੋਣ, ਚਾਹੇ ਤੁਸੀਂ ਹੋ ਚਾਹੇ ਕੋਈ ਹੋਰ ਵੀ ਹੋਵੇ, ਕਿਆ ਲੋਕ ਗੁਰੂ ਦੀ ਗੋਲਕ ਵਿੱਚੋਂ ਚੋਰੀ ਕਰ ਸਕਦੇ ਨੇ? ਦੇਖੋ, ਕਈ ਕਿਸਮ ਦੀਆਂ ਗੱਲਾਂ ਹੁੰਦੀਆਂ। ਇੱਕ ਚੋਰੀ ਹੈ, ਇੱਕ ਮਿਸਯੂਜ਼ ਹੈ, ਇੱਕ ਉਹਦਾ ਸਹੀ ਯੂਜ਼ ਹੈ। ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਗੁਰਦੁਆਰੇ ਇਲੈਕਸ਼ਨ ਦੇ ਪ੍ਰੋਸੈਸ 'ਚ ਨਹੀਂ ਆਉਣਾ ਚਾਹੀਦਾ। ਜਿਹਨੇ ਧਾਰਮਿਕ ਇਲੈਕਸ਼ਨ ਲੜਨੀ ਹੈ ਉਹ ਇਸ ਫੀਲਡ 'ਚ ਆਉਣਾ ਚਾਹੀਦਾ, ਗੁਰਦੁਆਰੇ ਦੀ ਇਲੈਕਸ਼ਨ 'ਚ। ਜਿਹਨੇ MLA ਲੜਨੀ ਹੈ, MP ਲੜਨੀ ਹੈ, ਕਾਉਂਸਲਰ ਲੜਨੀ ਹੈ, ਉਹਨਾਂ ਨੂੰ ਇਸ ਗੁਰਦੁਆਰੇ ਦੀ ਇਲੈਕਸ਼ਨ 'ਚ ਨਹੀਂ ਆਉਣਾ ਚਾਹੀਦਾ। ਉਹਦਾ ਕਾਰਨ ਹੈ, ਉਹਦਾ ਕਾਰਨ ਇਹ ਹੈ ਕਿ ਜਦੋਂ ਉਹਨਾਂ ਦੀ MLA MP ਦੀ ਇਲੈਕਸ਼ਨ ਆਉਣੀ ਹੈ, ਗੁਰਦੁਆਰੇ ਦਾ ਸਾਰਾ ਫੰਡ ਉਸ ਪਾਸੇ ਚਲੇ ਜਾਣਾ ਉਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ। ਉੱਥੋਂ ਦੇ ਗਰੀਬ ਹੋਣੇ ਨੇ, ਬਾਕੀ ਕੌਂਸਟੀਚੁਐਂਸੀਆਂ ਦੇ ਗਰੀਬ ਨਹੀਂ ਹੈਗੇ। ਉੱਥੋਂ ਦੀ ਵੋਟਾਂ ਉਹਨਾਂ ਲਈ ਮਾਇਨੇ ਰੱਖਦੀਆਂ ਨੇ, ਦੂਜੀ ਵੋਟਾਂ ਮਾਇਨੇ ਨਹੀਂ ਰੱਖਦੀਆਂ। ਗੁਰੂ ਨਾਨਕ ਦੇ ਘਰ ਦੇ ਵਿੱਚ ਵੱਖਵਾਦ ਨਹੀਂ ਹੈ। ਤੁਸੀਂ ਛੰਦੀ ਵਿਛੇਦ ਨਹੀਂ ਕਰ ਸਕਦੇ। ਸਾਨੂੰ ਸਾਰਿਆਂ ਨੂੰ ਇਕੁਅਲ ਦੇਖਣਾ ਪਏਗਾ। ਫਿਰ ਜੇ ਅੱਜ ਸਮਝ ਲਓ ਕਾਂਗਰਸ ਦੀ ਸਰਕਾਰ ਹੈ, BJP ਦੀ ਸਰਕਾਰ ਹੈ, ਆਮ ਆਦਮੀ ਦੀ ਸਰਕਾਰ ਹੈ, ਤੁਹਾਡੀ ਅਲਾਈਨਮੈਂਟ ਜੇ ਆਮ ਆਦਮੀ ਪਾਰਟੀ ਨਾਲ ਹੈ ਜਾਂ BJP ਦੇ ਨਾਲ ਹੈ ਜਾਂ ਕਾਂਗਰਸ ਦੇ ਨਾਲ ਹੈ, ਤੁਸੀਂ ਉਹਨਾਂ ਦੇ ਖਿਲਾਫ ਬੋਲ ਨਹੀਂ ਸਕਦੇ। ਜਿਹੜਾ ਧਾਰਮਿਕ ਲੀਡਰ ਹੈ ਉਹ ਬੇਬਾਕ ਹੋਣਾ ਚਾਹੀਦਾ, ਉਸ ਦੇ ਉੱਤੇ ਕਿਸੇ ਦੀ ਲਗਾਮ ਨਹੀਂ ਹੋਣੀ ਚਾਹੀਦੀ, ਉਹਦੇ ਉੱਤੇ ਕਿਸੇ ਦਾ ਕੁੰਡਾ ਨਹੀਂ ਹੋਣਾ ਚਾਹੀਦਾ। ਲੇਕਿਨ ਜਦੋਂ ਤੁਸੀਂ ਉਸ ਪਾਰਟੀ ਦੇ ਵਿੱਚ ਆਪਣੇ ਪੁੱਤਰ ਨੂੰ ਜਾਂ ਆਪਣੇ ਨੂੰ ਤੁਸੀਂ ਟਿਕਟ ਲੈਣੀ ਹੈ ਤੇ ਫਿਰ ਤੁਸੀਂ ਕਈ ਗੱਲਾਂ ਮਤਲਬ ਪਿਕ ਐਂਡ ਚੂਜ਼ ਕਰਕੇ ਬੋਲੋਗੇ। ਜਿੱਥੇ ਤੁਹਾਨੂੰ ਸੂਟ ਕਰਦਾ ਹੋਏਗਾ ਬੋਲੋਗੇ, ਜਿੱਥੇ ਪਤਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਨਾਰਾਜ਼ ਹੋ ਜਾਏਗਾ ਫਿਰ ਤੁਸੀਂ ਬੋਲੋਗੇ ਨਹੀਂ। ਮੈਂ ਇਹ ਕਹਿ ਸਕਦਾ ਕਿ ਮੈਂ ਉਸ ਪਰਿਵਾਰ 'ਚੋਂ ਆਉਣਾ ਕਿ ਜਿੰਨੇ ਭਾਵੇਂ ਪੰਡਿਤ ਨਹਿਰੂ ਹੋਵੇ, ਇੰਦਰਾ ਗਾਂਧੀ ਹੋਵੇ, ਲਾਲ ਬਹਾਦਰ ਸ਼ਾਸਤਰੀ ਹੋਵੇ ਜਾਂ ਅੱਜ ਦੇ ਪ੍ਰਧਾਨ ਮੰਤਰੀ ਹੋਣ, ਅਸੀਂ ਬੇਬਾਕ ਹੋ ਕੇ ਆਪਣੀ ਗੱਲ ਕੀਤੀ, ਆਪਣੇ ਕੰਮ ਕਰਾਏ ਨੇ, ਜਿਹਦਾ ਇੱਕ ਇਤਿਹਾਸ ਹੈ ਸਾਡੇ ਕੋਲ। ਚਾਹੀਦਾ ਇਹ ਹੈ, ਹਾਂ, ਇਹਨਾਂ 17 ਸਾਲਾਂ ਦੇ ਵਿੱਚ ਕੋਈ ਬੰਦਾ ਇਹ ਦੱਸ ਦੇਵੇ ਕਿ ਕੋਈ ਪੋਲੀਟੀਕਲ ਪੋਸਟ ਲਈ ਹੋਵੇ, ਕੋਈ MLA, ਕੋਈ MP, ਕੋਈ ਰਾਜ ਸਭਾ, ਕੋਈ ਗਵਰਨਰੀ, ਇਹ ਦੱਸ ਦੇਵੇ ਕੋਈ ਠੇਕੇ ਲਏ ਹੋਣ, ਪਰਮਿਟ ਲਏ ਹੋਣ, ਫੈਕਟਰੀਆਂ ਦੇ ਪਲਾਟ ਲਏ ਹੋਣ,
ਇੱਕ ਚੀਜ਼ ਨਹੀਂ ਲਈ, ਜਦ ਕਿ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਟਾਈਮ ਨਹੀਂ ਚਾਹੀਦਾ ਹੁੰਦਾ ਸੀਗਾ, ਕੁੰਡਾ ਖੋਲ ਕੇ ਬੂਹਾ ਖੋਲ ਕੇ ਚਲੇ ਜਾਂਦੇ ਸੀ। ਕਾਰਨ ਕੀ ਹੈ? ਜਦੋਂ ਤੁਸੀਂ ਕੌਮ ਦੇ ਕੰਮ ਲੈ ਕੇ ਜਾਓਗੇ ਨਾ, ਵੱਡੇ ਤੋਂ ਵੱਡਾ ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਕਿਉਂ ਨਾ ਹੋਵੇ, ਉਸ ਨੂੰ ਪਤਾ ਕਿ ਇਹ ਲੀਡਰ ਵਿਕੇਗਾ ਨਹੀਂ ਮੇਰੇ ਅੱਗੇ, ਇਹ ਮੇਰੇ ਲਾਲਚ 'ਚ ਨਹੀਂ ਆਏਗਾ, ਕੌਮ ਦੀ ਗੱਲ ਕਰੇਗਾ। ਉਹ ਵੀ ਤੁਹਾਡੇ ਤੋਂ ਖੌਫ ਖਾਂਦੇ ਨੇ। ਲੇਕਿਨ ਜਦੋਂ ਉਹਨੂੰ ਪਤਾ ਕਿ ਇਹਨੂੰ ਕੋਈ ਨਾ ਕੋਈ ਐਸੀ ਹੱਡੀ ਮੈਂ ਪਾ ਦੇਵਾਂ, ਇਹਦੀ ਜ਼ੁਬਾਨ, ਇਹਦੀ ਅੱਖਾਂ ਨੀਵੀਆਂ ਕਰ ਦੇਵਾਂ, ਮੈਂ ਸਮਝਦਾ ਉੱਥੇ ਕੌਮ ਦਾ ਨੁਕਸਾਨ ਹੋ ਜਾਂਦਾ, ਲੀਡਰ ਦਾ ਫਾਇਦਾ ਹੋ ਜਾਂਦਾ। ਸਿੱਧੀ ਤੇ ਸਪਸ਼ਟ ਗੱਲ ਹੈ। ਮੇਰਾ ਦੂਜਾ ਸਵਾਲ ਐਸੀ ਤੋਂ ਸੰਬੰਧਿਤ ਸੀਗਾ ਕਿ ਕਿਆ ਗੁਰਦੁਆਰਿਆਂ ਦੇ ਨਾਲ ਪੋਲਿਟਿਕਸ ਹੋਣੀ ਚਾਹੀਦੀ ਹੈ? ਪੋਲਿਟਿਕਸ ਤੇ ਗੁਰਦੁਆਰੇ ਇਕੱਠੇ ਚੱਲਣੇ ਚਾਹੀਦੇ ਨੇ? ਦੇਖੋ, ਤੁਸੀਂ ਨਾ ਤੇ ਟੀਵੀ ਐਂਕਰ ਹੋ, ਨਾ ਤੁਸੀਂ ਪੋਲੀਟੀਸ਼ੀਅਨ ਹੋ, ਤੁਸੀਂ ਇੱਕ ਸੋਸ਼ਲ ਵਰਕਰ ਹੋ, ਤੁਸੀਂ ਗੁਰੂ ਦੇ ਸਿੱਖ ਹੋ, ਤੁਸੀਂ ਉਹਨਾਂ ਰਾਹਾਂ ਤੇ ਗਏ ਹੋ ਜਿਨ੍ਹਾਂ ਰਾਹਾਂ ਤੇ ਗੁਰੂ ਗਿਆ। ਇਸ ਕਰਕੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਮੈਂ ਬੇਬਾਕ ਹੋ ਕੇ ਦੇਣਾ ਚਾਹੁੰਦਾ ਵਾਂ। ਮੈਂ ਪੋਲੀਟੀਕਲ ਗੱਲਾਂ ਉਹਦੇ 'ਚ ਨਹੀਂ ਰੱਖਣਾ ਚਾਹੁੰਦਾ। ਮੈਂ ਇਹ ਸਮਝਦਾ ਵਾਂ ਕਿ ਸਿਆਸਤ ਅਸੀਂ ਆਪ ਮੰਗੀ ਹੈ। ਹੁਣ ਕਈ ਤੁਸੀਂ ਦੇਖੋ, ਕਦੀ ਚਰਚ ਦੇ ਵਿੱਚ ਇਲੈਕਸ਼ਨ ਹੋਈ ਹੈ, ਕਦੀ ਮਸਜਿਦ ਦੇ ਵਿੱਚ ਹੋਈ ਹੈ, ਕਦੀ ਮੰਦਿਰ ਦੇ ਵਿੱਚ ਹੋਈ ਹੈ। ਅਸੀਂ 1920 'ਚ ਮੋਰਚਾ ਲਾਇਆ, ਲੇਕਿਨ ਉਸ ਵੇਲੇ ਹਾਲਾਤ ਐਸੇ ਸਨ ਕਿ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਜਾ ਰਿਹਾ, ਜਿਹੜਾ ਜਲਿਆਂਵਾਲੇ ਬਾਗ 'ਚ ਗੋਲੀ ਚਲਾ ਰਿਹਾ। ਸਾਡੇ ਗੁਰੂ ਘਰਾਂ ਦੇ ਵਿੱਚ ਨਾਚ ਕਰਾਏ ਜਾ ਰਹੇ ਨੇ। ਸਾਡੇ ਗੁਰੂ ਘਰਾਂ ਦੇ ਵਿੱਚ ਮੈਂ ਸਮਝਦਾ ਵਾਂ ਕਿ ਸ਼ਰਾਬਾਂ ਤੇ ਨਸ਼ੇ ਜਿਹੜੇ ਵੜ ਚੁੱਕੇ ਸੀ ਮਹੰਤਾਂ ਵੱਲੋਂ, ਉਹਨਾਂ ਨੂੰ ਕੱਢਣ ਵਾਸਤੇ ਗੋਰੀ ਸਰਕਾਰ ਦੇ ਅੱਗੇ ਜਿਹੜਾ ਮੋਰਚਾ ਲੱਗਾ, ਕਿਤੇ ਜੈਤੋਂ ਦਾ, ਕਿਤੇ ਚਾਬੀਆਂ ਦਾ, ਕਿਤੇ ਨਨਕਾਣਾ ਸਾਹਿਬ ਦਾ, ਔਰ 500 ਤੋਂ ਵੱਧ ਸ਼ਹੀਦ ਹੋਏ ਬੱਚੇ ਬੀਬੀਆਂ। ਤੇ ਸਰਕਾਰ ਨੇ ਸਾਨੂੰ ਇਲੈਕਸ਼ਨ ਸਿਸਟਮ ਦਿੱਤਾ। ਮੈਂ SGPC ਐਕਟ ਬਣਿਆ ਨਾ, ਤਾਂ ਇਹ ਅਸੀਂ ਆਪ ਸਹੇੜਿਆ ਹੈ। ਔਰ ਕਦੋਂ ਸਹੇੜਿਆ? ਅੱਜ ਉਸ ਨੂੰ 100 ਸਾਲ ਹੋ ਗਏ ਨੇ। ਔਰ ਜਦੋਂ ਇਸ ਦੀ ਜਿੱਤ ਹੋਈ ਸੀ, ਮਹਾਤਮਾ ਗਾਂਧੀ ਨੂੰ ਕਹਿਣਾ ਪੈ ਗਿਆ ਸੀਗਾ ਕਿ ਸਿੱਖੋਂ ਨੇ ਆਜ਼ਾਦੀ ਕੀ ਲੜਾਈ ਪਹਿਲੀ ਜੀਤੀ ਹੈ। ਉਹਦੇ ਰਿਪਰਕਸ਼ਨ ਅੱਜ ਉਸ ਸਿਸਟਮ ਦੇ ਕੀ ਨੇ ਕਿ ਜਿਵੇਂ ਕਰਪਸ਼ਨ ਆ ਗਈ ਹੈ, ਜਿਵੇਂ ਗਿਰਾਵਟ ਆ ਗਈ ਹੈ ਸੋਸਾਇਟੀ 'ਚ, ਇਹ ਸਿਸਟਮ 'ਚ ਗਿਰਾਵਟ ਆ ਗਈ ਹੈ। ਲੇਕਿਨ ਉਸ ਵੇਲੇ ਬੜੀ ਵੱਡੀ ਜਿੱਤ ਸੀਗੀ ਕਿ ਅਗਰ 1857 ਦਾ ਗਦਰ ਹੁੰਦਾ ਤੇ ਗੋਰੇ ਕੁਚਲ ਕੇ ਰੱਖ ਦਿੰਦੇ ਨੇ। ਅਗਰ ਕਿਸੇ ਜਗ੍ਹਾ ਤੋਂ ਵੀ ਕੋਈ ਗਦਰ ਹੋਇਆ ਤੇ ਗੋਰਿਆਂ ਨੇ ਕੁਚਲ ਕੇ ਰੱਖ ਦਿੱਤਾ, ਲੇਕਿਨ ਸਿੱਖਾਂ ਦੇ ਮੋਰਚੇ ਨੂੰ ਨਹੀਂ ਕੁਚਲ ਸਕੇ। ਸਿੱਖ ਜਿੱਤੇ ਨੇ ਔਰ ਉਸਨੇ ਆਜ਼ਾਦੀ ਦੀ ਨੀਂਹ ਰੱਖੀ ਹੈ। ਅੱਜ ਉਹ ਸਿਸਟਮ ਜਿਹੜਾ ਅਸੀਂ ਲੜ ਕੇ ਲਿਆ ਸੀ, ਗੋਲੀਆਂ ਖਾ ਕੇ ਲਿਆ ਸੀ, ਸ਼ਹਾਦਤਾਂ ਕਰਕੇ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਟ੍ਰੇਨਾਂ ਥੱਲੇ ਲਤਾੜੇ ਗਏ, ਸਾਡੇ ਨਿੱਕੇ ਨਿੱਕੇ ਬੱਚੇ ਸ਼ਹੀਦ ਹੋਏ, ਜੇਲ੍ਹਾਂ ਕੱਟੀਆਂ, ਅੱਜ ਉਹ ਸਿਸਟਮ ਹੀ ਸਾਡੇ ਗੱਲ ਦੀ ਮੈਂ ਸਮਝਦਾ ਹੱਡੀ ਬਣ ਗਿਆ। ਹਮੇਸ਼ਾ ਇੱਕ ਚੀਜ਼ ਦੇਖੀ ਗਈ ਹੈ, ਜਦ ਵੀ ਗੁਰਦੁਆਰਿਆਂ ਤੋਂ ਸੰਬੰਧਿਤ ਕੋਈ ਵੀ ਇਸ਼ੂ ਹੁੰਦੇ ਨੇ, ਜਿੱਦਾਂ ਚਲੋ ਗੋਲਕ ਦੀ ਤੇ ਅਸੀਂ ਗੱਲ ਕੀਤੀ, ਦੂਸਰੀ ਗੱਲ ਹਮੇਸ਼ਾ ਆਉਂਦੀ ਹੈਗੀ ਟਰਾਂਸਪੇਰੈਂਸੀ। ਇੱਕ ਛੋਟਾ ਜਿਹਾ ਵਪਾਰ ਵੀ ਕੋਈ ਬੰਦਾ ਸ਼ੁਰੂ ਕਰਦਾ ਹੈਗਾ ਤੇ ਉਹਦੇ ਵਾਸਤੇ ਇੱਕ ਪ੍ਰੋਪਰਲੀ ਮੈਨੇਜ ਤਰੀਕੇ ਨਾਲ ਉਸ ਨੂੰ ਹੈਂਡਲ ਕਰਦਾ ਹੈਗਾ। ਫਿਰ ਗੁਰਦੁਆਰੇ ਤੇ ਇੰਨੇ ਵੱਡਾ ਇੰਸਟੀਟਿਊਸ਼ਨ ਹੈਗਾ, ਕਿਆ ਅਸੀਂ ਗੁਰਦੁਆਰਿਆਂ ਨੂੰ ਕਾਰਪੋਰੇਟ ਸਟਰਕਚਰ ਦੇ ਤਰੀਕੇ ਨਾਲ ਮੈਨੇਜ ਨਹੀਂ ਕਰ ਸਕਦੇ ਕਿ ਅਸੀਂ ਗੁਰਦੁਆਰੇ ਦੇ ਇਲੈਕਸ਼ਨ ਲੜਨ ਤੋਂ ਬਾਅਦ ਜਿਸ ਵਕਤ ਜਿਹੜਾ ਵੀ ਬੰਦਾ ਪ੍ਰਧਾਨ ਬਣੇ, ਉਹ ਇੱਕ CEO ਅਪਾਇੰਟ ਕਰੇ ਜਿਹੜਾ ਕਿ ਗੁਰਦੁਆਰੇ ਨੂੰ ਚਲਾਏ, ਇੱਕ CFO ਜਿਹੜਾ ਕਿ ਫਾਈਨੈਂਸ ਦਾ ਬੰਦਾ ਹੋਵੇ ਉਹ ਅਪਾਇੰਟ ਕਰੇ ਤਾਂ ਕਿ ਉਹ ਫਾਈਨੈਂਸ ਨੂੰ ਵੇਖੇ, ਸਾਰੀ ਚੀਜ਼ਾਂ ਟਰਾਂਸਪੇਰੈਂਟ ਹੋਣ, ਹਰ ਮੰਥਲੀ ਉਹਦਾ ਉਹ ਇੱਕ ਬੈਲੈਂਸ ਸ਼ੀਟ ਬਣੇ, ਇੱਕ ਐਸੀ ਜਗ੍ਹਾ 'ਤੇ ਚਾਹੇ ਭਾਵੇਂ ਵੈਬਸਾਈਟ ਹੋਵੇ ਜਾਂ ਐਪ ਹੋਵੇ, ਉਹਦੇ ਉੱਤੇ ਪੂਰੇ ਮਹੀਨੇ ਦਾ ਜਿੰਨਾ ਵੀ ਰੈਵਨਿਊ ਆਉਂਦਾ ਗੁਰਦੁਆਰੇ ਦਾ, ਭਾਵੇਂ ਗੋਲਕ ਦਾ ਹੋਵੇ, ਭਾਵੇਂ ਡੋਨੇਸ਼ਨ ਦਾ ਹੋਵੇ, ਉਹ ਉੱਥੇ ਡਿਫਾਈਨ ਕੀਤਾ ਹੋਵੇ, ਉਹਦੇ ਸਾਹਮਣੇ ਉਹਦੇ ਐਕਸਪੈਂਸਿਸ ਡਿਫਾਈਨ ਕੀਤੇ ਹੋਣ। ਅਤੇ ਨਾਲ ਹੀ ਬੜੀ ਇੰਪੋਰਟੈਂਟ ਚੀਜ਼ ਹੈਗੀ ਕਿ ਹਰ ਦੂਜੇ 'ਤੇ ਅਸੀਂ ਇਲਜ਼ਾਮ ਲਗਾਉਂਦੇ ਹੈਗੇ ਆ ਕਿ ਵੀ ਉਹ ਜਾਂਦੇ ਜਾਂਦੇ ਗੋਲਕ ਖਾਲੀ ਕਰ ਗਿਆ, ਜਾਂ ਉਹ ਕਹਿੰਦਾ ਜੀ ਮੈਂ ਇੰਨੇ ਕਰੋੜ ਛੱਡ ਗਿਆ। ਅਤੇ ਮੰਥਲੀ ਤੁਹਾਡਾ ਰਿਜ਼ਰਵ ਕੀ ਹੈਗਾ ਉਹ ਸੰਗਤ ਦੇ ਸਾਹਮਣੇ ਹੋਵੇ, ਅਤੇ ਤੁਸੀਂ ਨਹੀਂ ਸਮਝਦੇ ਕਿ ਉਹ ਇੱਕ ਅੱਛਾ ਤਰੀਕਾ ਹੋਏਗਾ ਲੋਕਾਂ ਨੂੰ ਇੱਕ ਐਗਜ਼ਾਮਪਲ ਕੋਟ ਕਰਨ ਦਾ ਕਿ ਦੇਖੋ ਜੀ ਅਸੀਂ ਬਿਲਕੁਲ ਟਰਾਂਸਪੇਰੈਂਸੀ ਨਾਲ ਕੰਮ ਕਰ ਰਹੇ ਹਾਂ। ਮੈਂ ਇਸ ਗੱਲ ਨੂੰ ਦੋ ਜਗ੍ਹਾ ਡਿਫਰੈਂਸ਼ੀਏਟ ਕਰਨਾ ਚਾਹੁੰਦਾ। ਕਾਰਪੋਰੇਟ ਸਿਸਟਮ ਤੁਸੀਂ ਬਿਲਕੁਲ ਠੀਕ ਕਿਹਾ, ਜੀ ਕਾਰਪੋਰੇਟ ਸਿਸਟਮ ਜਿੱਥੇ ਤੱਕ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਹੈ, ਜਿੱਥੇ ਤੱਕ ਲੋਕਾਂ ਦੇ ਵਿੱਚ ਸਾਰਾ ਹਿਸਾਬ ਜਾਣਾ ਹੈ। ਲੇਕਿਨ ਕਾਰਪੋਰੇਟ ਸਿਸਟਮ ਕੀ ਹੈ? ਪ੍ਰੋਫਿਟੇਬਿਲਿਟੀ। ਗੁਰੂ ਘਰ ਦੇ ਵਿੱਚ ਪ੍ਰੋਫਿਟੇਬਿਲਿਟੀ ਨਹੀਂ ਹੋ ਸਕਦੀ ਕਿ ਮੈਂ ਇਸ ਗਰੀਬ ਦੀ ਫੀਸ ਕਿਉਂ ਭਰਾਂ, ਮੈਂ ਕਾਰਪੋਰੇਟ ਦਾ ਅਸੀਂ ਜਿਹੜਾ ਇਹ ਪੱਖ ਹੈ ਟਰਾਂਸਪੇਰੈਂਸੀ ਦਾ ਉਹ ਅਡਾਪਟ ਕੀਤਾ ਜਾਵੇ। ਲੇਕਿਨ ਕਾਰਪੋਰੇਟ ਦਾ ਦੂਜਾ ਕਲਚਰ ਜਿਹੜਾ ਉਹ ਬਿਲਕੁਲ ਅਡਾਪਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਾਨੂੰ ਆਪਣੇ ਜਿਹੜੇ ਦੇਖੋ, ਮੈਂ ਹਮੇਸ਼ਾ ਇੱਕ ਗੱਲ 'ਤੇ ਰੋਨਾ ਵਾਂ ਕਿ ਸਾਡੇ ਵੱਡੇ ਲੀਡਰਾਂ ਨੇ ਕੋਈ ਨਾ ਕੋਈ ਸ਼ਾਇਦ ਗਲਤੀਆਂ ਕੀਤੀਆਂ ਨੇ। ਸਾਡੇ ਕੋਲ ਤੁਰ ਕੇ ਆਏ ਸਨ ਸਾਰੇ ਪਛੜੀਆਂ ਸ਼੍ਰੇਣੀਆਂ ਦੇ ਲੋਕ, ਸਾਡੇ ਕੋਲ ਬੰਜਾਰੇ, ਸਾਡੇ ਕੋਲ ਸਿਕਰੀਕਰ, ਅਸੀਂ ਇਹਨਾਂ ਨੂੰ ਅਡਾਪਟ ਹੀ ਨਹੀਂ ਕੀਤਾ। ਅੱਜ ਲੋੜ ਹੈ ਕਿ ਜੇ ਤੁਸੀਂ ਮੈਂ ਸਮਰੱਥ ਹਾਂ
ਅਸੀਂ ਇੱਕ ਬੱਚਾ ਹੀ ਅਡਾਪਟ ਕਰ ਲਈਏ ਉਹਨਾਂ ਦਾ, ਤੁਸੀਂ ਇੱਕ ਬੱਚਾ ਅਡਾਪਟ ਕਰ ਲਓ, ਏਡੇ ਸਿੱਖ ਨੇ। ਅਸੀਂ ਜਿਹੜੇ ਇਹ ਸਿਕਲੀਕਰ, ਬੰਜਾਰੇ, ਲਬਾਣੇ, ਰੰਗਰੇਟੇ, ਤੁਸੀਂ ਨਾਮ ਲੈਂਦੇ ਚਲੋ। ਗੁਰੂ ਨਾਨਕ ਨੇ ਇੱਕ ਫੁਲਵਾਰੀ ਸਿਰਜੀ ਸੀ। ਤੁਸੀਂ ਜਿਹੜਾ ਹੁਣ ਕੁੜਤਾ ਪਾਇਆ ਇਹਦੇ 'ਚ ਬੜੇ ਰੰਗ ਨੇ। ਹੁਣ ਗੁਰੂ ਨਾਨਕ ਨੇ ਸਾਰੇ ਰੰਗ ਇਕੱਠੇ ਕੀਤੇ ਸੀਗੇ, ਉਹਨਾਂ ਨੇ ਇੱਕ ਫੁਲਵਾਰੀ ਸਿਰਜੀ ਸੀ, ਆਪਾਂ ਭਜਾਤੇ। ਆਪਣਾ ਤਾਂ ਇਹ ਹਾਲ ਹੈ ਕਿ ਗੁਰੂ ਘਰਾਂ ਦੇ ਵਿੱਚ ਪੰਜਾਬ 'ਚ ਚਲ ਜਾਓ ਤੇ ਜੇ ਕੋਈ ਪਿਛਲੀ ਸ਼੍ਰੇਣੀਆਂ ਦਾ, ਪਛੜੀਆਂ ਸ਼੍ਰੇਣੀਆਂ ਦਾ ਬੰਦਾ ਆ ਜਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮਨਾ ਕਰ ਦਿੰਦੇ ਆ ਕਿ ਖੜ ਪੜ ਨਹੀਂ ਕਰਨ ਦੇਣਾ ਤੈਨੂੰ ਅਸੀਂ। ਮੈਂ ਸਮਝਦਾ ਵਾਂ ਕਿ ਇਹ ਜਿਹੜੀ ਗੱਲ ਹੈ ਸਾਡੇ ਧਰਮ ਦੇ ਵਿੱਚ, ਜਿਹੜੀ ਇਹ ਗੁਰੂ ਨਾਨਕ ਦਾ ਫਲਸਫਾ ਛੱਡ ਕੇ ਅਸੀਂ ਬਾਹਰ ਨਿਕਲੇ ਹਾਂ। ਹੁਣ ਤੁਸੀਂ ਮੈਨੂੰ ਕਾਰਪੋਰੇਟ ਦੀ ਗੱਲ ਕੀਤੀ, ਮੈਂ ਤੁਹਾਨੂੰ ਕਿਹਾ ਨਾ, ਕਾਰਪੋਰੇਟ ਦਾ ਇਹ ਪੱਖ ਅਸੀਂ ਲੈਣਾ ਚਾਹੀਦਾ, ਦੂਜਾ ਪੱਖ ਪ੍ਰੋਫਿਟੇਬਿਲਿਟੀ ਦਾ ਨਹੀਂ ਲੈਣਾ ਚਾਹੀਦਾ। ਇਸੇ ਤਰੀਕੇ ਨਾਲ ਜਿਹੜੇ ਸਮਾਜ ਸਾਡੇ ਤੋਂ ਪਰੇ ਹੋ ਗਏ ਨੇ, ਸਾਡੇ ਤੋਂ ਦੂਰ ਹੋ ਗਏ ਨੇ, ਉਹਨਾਂ ਨੂੰ ਅਸੀਂ ਕਿੱਦਾਂ ਵਾਪਸ ਲੈ ਕੇ ਆਈਏ। ਜਿੱਦਣ ਉਹਨਾਂ ਨੂੰ ਗਲਵੱਕੜੀ 'ਚ ਲੈ ਲਾਂਗੇ। ਹੁਣ ਭਾਈ ਜੀਵਨ ਸਿੰਘ, ਜਿਨ੍ਹਾਂ ਨੂੰ ਭਾਈ ਜੈਤਾ ਕਿਹਾ ਜਾਂਦਾ ਸੀ, ਉਹ ਸੀਸ ਲੈ ਕੇ ਜਾਂਦੇ ਨੇ ਗੁਰੂ ਦਸਮ ਪਿਤਾ ਬਾਲ ਅਵਸਥਾ ਦੇ ਵਿੱਚ, ਉਹਨਾਂ ਨੂੰ ਗਲਵੱਕੜੀ 'ਚ ਲੈਂਦੇ ਨੇ ਤੇ ਆਖਦੇ ਨੇ ਰੰਗਰੇਟਾ ਗੁਰੂ ਕਾ ਬੇਟਾ। ਤੇ ਆਪਾਂ ਪੁੱਛੀਏ ਕਿਸੇ ਰੰਗਰੇਟੇ ਨੂੰ ਅਸੀਂ ਮਤਲਬ ਕੁਝ ਕੀਤਾ ਅਸੀਂ ਕਿ ਉਹਦੇ ਵਾਸਤੇ? ਮੈਂ ਸਮਝਦਾ ਕਿ ਇਹ ਸਮਾਜਾਂ ਨੂੰ ਚੁੱਕਣ ਦੀ ਲੋੜ ਹੈ। ਸਿੱਖੀ ਬਹੁਤ ਪ੍ਰਫੁੱਲਿਤ ਹੋਏਗੀ। ਕਿਆ ਤੁਸੀਂ ਇਹ ਕਹਿਣਾ ਚਾਹੁੰਦੇ ਹੈਗੇ ਹੋ ਕਿ ਤੁਹਾਡੇ ਗੱਲਾਂ ਤੋਂ ਐਸਾ ਲੱਗਦਾ ਹੈ ਕਿ ਤੁਹਾਡਾ ਇੱਕ ਵਿਜ਼ਨ ਹੈਗਾ ਕਿ ਅਗਰ ਤੁਸੀਂ ਆਉਂਦੇ ਹੋ ਵਾਪਸ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਦੱਸ ਰਹੇ ਹੋ, ਇਸ ਚੀਜ਼ਾਂ ਨੂੰ ਤੁਸੀਂ ਇੰਪਲੀਮੈਂਟ ਕਰੋਗੇ? ਤੁਸੀਂ ਇਹ ਦੇਖੋ, ਤੁਸੀਂ ਜਿਹੜੀ ਵਿਜ਼ਨ ਦੀ ਗੱਲ ਕਰਦੇ ਹੋ ਨਾ, ਇੱਕ ਗੱਲ ਸਮਝੋ, ਹੁਣ 1999 'ਚ ਖਾਲਸੇ ਦਾ 300 ਸਾਲਾ ਆਇਆ ਜਨਮ ਸਤਾਵੀ, ਹਰੇਕ ਬੰਦੇ ਨੇ ਮਨਾਇਆ ਆਪਣੇ ਤਰੀਕੇ ਨਾਲ। ਮੈਂ ਦਿੱਲੀੋਂ ਅਨੰਦਪੁਰ ਸਾਹਿਬ ਰੰਗਰੇਟਾ ਮਾਰਚ ਲੈ ਕੇ ਗਿਆ ਪੈਦਲ। ਕਿਉਂ? ਜਿੱਥੋਂ ਭਾਈ ਜੈਤਾ ਗਿਆ ਸੀ, ਤਰਾਵੜੀ ਬਨੂੜ ਹੋ ਕੇ ਸਿੱਧੇ ਰਸਤੇ ਤੋਂ ਗਏ ਸਨ, ਉਹ 374 ਕਿਲੋਮੀਟਰ ਗਏ ਸੀ। ਹੁਣ ਕਾਰਨ ਕੀ ਸੀ? ਮੈਨੂੰ ਕਈਆਂ ਨੇ ਪੁੱਛਿਆ, ਭਾਈ ਆਪਾਂ ਖਾਲਸੇ ਦਾ 300 ਸਾਲਾ ਮਨਾ ਰਹੇ ਹਾਂ, ਇਹ ਰੰਗਰੇਟੇ ਮਾਰਚ ਦਾ ਕੀ ਮਤਲਬ ਹੋਇਆ? ਮੈਂ ਕਿਹਾ ਇਹ ਮਤਲਬ ਹੋਇਆ ਕਿ ਜੇ ਭਾਈ ਜੈਤਾ ਮਹਾਰਾਜ ਦਾ ਸੀਸ ਨਾ ਲੈ ਕੇ ਜਾਂਦੇ ਤੇ ਖਾਲਸਾ ਪੰਥ ਦੀ ਸ਼ਾਇਦ ਸਿਰਜਣਾ ਨਾ ਹੁੰਦੀ। ਕਿਉਂਕਿ ਦਸਮ ਪਿਤਾ ਨੇ ਸਵਾਲ ਕੀ ਕੀਤਾ ਸੀ, ਮੈਂ ਛੋਟੀ ਸਟੋਰੀ ਦੱਸ ਰਿਹਾ, ਲੰਬੀ ਨਾ ਹੋ ਜਾਵੇ। ਉਹਨਾਂ ਨੇ ਪੁੱਛਿਆ ਸੀ, ਭਾਈ ਜੈਤਾ ਉੱਥੇ ਕੀ ਬਣਿਆ, ਹਾਲਾਤ ਦੱਸੋ। ਉਹਨਾਂ ਨੇ ਹਾਲਾਤ ਦੱਸੇ ਕਿ ਇਸ ਤਰ੍ਹਾਂ ਐਲਾਨ ਸੀਗਾ ਕਿ ਗੁਰੂ ਦਾ ਸੀਸ ਸਾਂਭੇਗਾ, ਉਸ ਨੂੰ ਮਾਰ ਦਿੱਤਾ ਜਾਏਗਾ। ਹਨੇਰੀ ਆ ਗਈ। ਅਸੀਂ ਪਹਿਲੇ ਮੀਟਿੰਗਾਂ ਕੀਤੀਆਂ। ਭਾਈ ਜੈਤਾ ਨੇ ਦਰਿਆਗੰਜ ਏਰੀਏ ਕੋਲ ਭਾਈ ਨਾਨੂ ਜੀ ਹੁੰਦੇ ਸੀ, ਹੋਰ ਗੁਰੂ ਦੇ ਸਿੱਖ ਸੀਗੇ, ਉਹਨਾਂ ਨੇ ਮੀਟਿੰਗ ਕੀਤੀ ਕਿ ਸੀਸ ਕੌਣ ਸਾਂਭੇਗਾ, ਧੜ ਕੌਣ ਸਾਂਭੇਗਾ। ਗੁਰੂ ਸਾਹਿਬ ਨੇ 1675, ਜਦੋਂ ਉਹਨਾਂ ਦੀ 9 ਸਾਲ ਦੀ ਅਵਸਥਾ ਸੀ, 1675 'ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਹੁੰਦੀ ਹੈ। ਉਹਨਾਂ ਨੇ ਸਵਾਲ ਕੀਤਾ, ਭਾਈ ਜੈਤਾ ਉੱਥੇ ਸਿੱਖ ਨਹੀਂ ਸਨ? ਤੇ ਭਾਈ ਜੈਤੇ ਦਾ ਜਵਾਬ ਸੀ, ਸਿੱਖ ਤਾਂ ਬੜੇ ਸੀ, ਪਛਾਣੇ ਨਹੀਂ ਜਾਂਦੇ ਸੀ। ਹੁਣ ਉਹ 1699 ਤੇ 1675 24 ਸਾਲ ਦਸਮ ਪਿਤਾ ਨੂੰ ਲੱਗ ਗਏ ਇਹ ਕਨਸੈਪਟ ਸੋਚਣ ਨੂੰ। ਤੇ ਮੈਂ ਇਹ ਸਮਝਦਾ ਕਿ ਭਾਈ ਜੈਤਾ ਤੇ ਐਡਾ ਇੰਪੋਰਟੈਂਟ ਹੈ, ਉਹਦਾ ਕਰਕੇ ਨੀਂਹ ਰੱਖੀ ਗਈ ਸਿੱਖੀ ਦੀ। ਗੁਰੂ ਦਸਮ ਪਿਤਾ ਨੇ ਜਿਹੜਾ ਸਵਾਲ ਕੀਤਾ ਭਾਈ ਜੈਤਾ ਨੂੰ, ਉਹਦੇ ਸਵਾਲ 'ਚੋਂ ਜੋ ਜਵਾਬ ਮਿਲਿਆ, ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਮੈਂ ਐਸਾ ਖਾਲਸਾ ਸਿਰਜਾਂਗਾ ਜਿਹੜਾ ਲੱਖਾਂ 'ਚ ਪਛਾਣਿਆ ਜਾਏਗਾ। ਸੋ ਮੈਂ ਸਮਝਦਾ ਵਾਂ ਤੁਸੀਂ ਅਗਲਾ ਸਵਾਲ ਕੀਤਾ ਤੇ ਅਸੀਂ ਇਹ ਕੰਮ ਕਰਾਂਗੇ। ਦਿੱਲੀ 'ਚ ਕਦੀ ਗੁਰੂ ਲਾਦੋਰੇ ਦਿਵਸ ਨਹੀਂ ਮਨਾਇਆ ਗਿਆ ਸੀਗਾ। ਜਦੋਂ ਮੈਂ ਪ੍ਰਧਾਨ ਰਿਹਾ, ਗੁਰੂ ਲਾਦੋਰੇ ਦਿਵਸ ਮਨਾਇਆ ਗਿਆ। ਬੱਸਾਂ ਦੇ ਕੇ ਅਸੀਂ ਬੰਜਾਰੇ, ਸਿਕਲੀਕਰ, ਲਬਾਣੇ, ਇਹ ਜਿੰਨੇ ਸਮਾਜ ਨੇ, ਰੰਗਰੇਟੇ, ਅਸੀਂ ਇਹ ਹੈਦਰਾਬਾਦ ਤੋਂ ਲੈ ਕੇ, ਕਰਨਾਟਕ ਤੋਂ ਲੈ ਕੇ ਅਲਵਰ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਯੂਪੀ, ਇਹ ਸਾਰਿਆਂ ਨੂੰ ਦਿੱਲੀ ਬਣਾਇਆ ਗਿਆ। ਔਰ ਜਿਹੜਾ ਮੱਖਣ ਸ਼ਾਹ ਲਬਾਣਾ ਗੁਰਦੁਆਰਾ ਬਹੁਤ ਵੱਡਾ ਨਿਊਯਾਰਕ, ਉਹ ਸਾਰੀ ਕਮੇਟੀ ਇੱਥੇ ਆਈ। ਉਹਨਾਂ ਦੇ ਯੋਗਦਾਨ ਦੇ ਨਾਲ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਯੋਗਦਾਨ ਦੇ ਨਾਲ ਪਹਿਲੀ ਦਫਾ ਲੱਖੀ ਸ਼ਾਹ ਬੰਜਾਰਾ 'ਚ ਅਸੀਂ ਗੁਰੂ ਲਾਦੋਰੇ ਦਿਵਸ ਮਨਾਇਆ। ਉਹਦਾ ਕਾਰਨ ਹੈ ਕਿ ਇਹ ਸਮਾਜ ਇਕੱਠੇ ਕਰਨੀ ਸਾਡੀ ਡਿਊਟੀ ਹੈ। ਮੈਂ ਨਾ ਰਵਾਂ ਕੋਈ ਹੋਰ ਆ ਜਾਵੇ। ਹਾਂ, ਜੇ ਮੇਰਾ ਏਜੰਡਾ ਕੁਝ ਹੋਰ ਹੈ ਤਾਂ ਫਿਰ ਕੌਮ ਦਾ ਨੁਕਸਾਨ ਹੋਣਾ ਹੀ ਹੋਣਾ ਹੈ। ਇਸ ਲਈ ਜਿਹੜਾ ਵੀ ਪ੍ਰਧਾਨ ਬਣੇ, ਉਹ ਮੈਂ ਸੰਗਤ ਨੂੰ ਜ਼ਰੂਰ, ਕਿਉਂਕਿ ਤੁਹਾਡਾ ਇੱਕ ਬਹੁਤ ਵੱਡਾ ਸਰਕਲ ਹੈ ਜਿਹੜਾ ਇਸ ਇੰਟਰਵਿਊ ਨੂੰ ਦੇਖੇਗਾ। ਇਹ ਕਈ ਚੀਜ਼ਾਂ ਦੇਖਣਾ, ਤੁਸੀਂ ਲੀਡਰ ਕਿਹੋ ਜਿਹਾ ਚੁਣਨਾ ਹੈ। ਹਰੇਕ ਦੇ ਵਿੱਚ ਕੋਈ ਨਾ ਕੋਈ ਖਾਮੀ ਹੈ, ਲੇਕਿਨ ਉਹ ਪਲੱਸ ਮਾਈਨਸ ਕਰਕੇ ਨਾ ਦੇਖਿਓ ਜਰਾ ਕਿ ਤੁਹਾਨੂੰ ਕਿਹੋ ਜਿਹਾ ਲੀਡਰ ਚਾਹੀਦਾ ਹੈ, ਕੌਮ ਨੂੰ ਅਗਵਾਈ ਦੇਣ ਵਾਲਾ, ਜਿਹੜਾ ਹਰ ਪੱਖੋਂ ਸਰਕਾਰੀ ਦਰਬਾਰੇ ਵੀ ਜਾਵੇ ਤੇ ਝੁਕੇ ਨਾ। ਉਹਨੂੰ ਗੁਰੂ ਦੀ ਵੀ ਸਮਝ ਹੋਣੀ ਚਾਹੀਦੀ ਹੈ, ਉਸ ਨੂੰ ਸਮਾਜ ਨੂੰ ਵੀ ਇਕੱਠਾ ਰੱਖਣਾ, ਉਸ ਨੂੰ ਧਰਮ ਪ੍ਰਚਾਰ ਨੂੰ ਵਧਾਉਣਾ। ਸੋ ਬੜੀਆਂ ਗੱਲਾਂ ਨੇ। ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਸੰਗਤ ਨੂੰ ਇਹ ਦੇਖਣਾ ਚਾਹੀਦਾ ਹੈ ਤੇ ਸਮਝਣਾ ਚਾਹੀਦਾ ਹੈ ਆਪਣਾ ਵੋਟ ਦੇਣ ਤੋਂ ਪਹਿਲੇ ਕਿ ਕਿਹੜਾ ਉਹਨਾਂ ਵਾਸਤੇ ਇੱਕ ਰਾਈਟ ਕੈਂਡੀਡੇਟ ਹੋਏਗਾ। ਬਾਕੀ ਜਿਹੜੀ ਤੁਸੀਂ ਗੱਲਾਂ ਕੀਤੀਆਂ, ਇਹ ਧਰਮ ਪ੍ਰਚਾਰ ਨਾਲ ਜੁੜੀਆਂ ਹੋਈਆਂ ਨੇ।
ਮੈਂ ਕਦੀ ਕਦੀ ਇਹ ਸੋਚਦਾ ਕਿ ਸਾਡਾ ਜਿਹੜੀ ਜ਼ਿੰਮੇਵਾਰੀ ਸੀ ਸਾਡੇ ਸਿੱਖ ਪੰਥ ਦੀ ਧਰਮ ਨੂੰ ਤੇ ਧਰਮ ਪ੍ਰਚਾਰ ਨੂੰ ਅੱਗੇ ਵਧਾਉਣ ਵਾਸਤੇ, ਉਹ ਸ਼ਾਇਦ ਪੂਰੀ ਤਰੀਕੇ ਨਾਲ ਉਹ ਨਹੀਂ ਨਿਭਾਈ ਗਈ। ਖਾਸ ਤੌਰ ਤੇ ਸਾਡਾ ਏਜੰਡਾ ਕੀ ਹੋਣਾ ਚਾਹੀਦਾ? ਸਾਡਾ ਏਜੰਡਾ ਹੋਣਾ ਚਾਹੀਦਾ ਕਿ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਹੈਗੀ, ਜਿਹੜੇ ਸਾਡੇ ਬੱਚੇ ਨੇ, ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਵਿੱਚ ਸਮਝ ਹੋਣੀ ਚਾਹੀਦੀ ਹੈ। ਅਸੀਂ ਪ੍ਰਚਾਰ ਬੜੇ ਤਰੀਕੇ ਨਾਲ ਕਰਨੇ ਆ, ਗੁਰਬਾਣੀ ਦਾ ਪ੍ਰਚਾਰ ਗੁਰਦੁਆਰਿਆਂ 'ਚ ਹੁੰਦਾ ਹੈ, ਕਥਾਵਾਚਕ ਕਥਾ ਕਰਦੇ ਨੇ, ਲੋਕ ਸੁਣਦੇ ਨੇ, ਪਰ ਸਾਡਾ ਟਾਰਗੇਟ ਆਡੀਅנס ਜਿਹੜੀ ਹੈ ਉਹ ਹੈਗੇ ਜਿਹੜੇ ਨਿੱਕੇ ਬੱਚੇ। ਤੇ ਉੱਥੇ ਕਿਤੇ ਨਾ ਕਿਤੇ ਬੀਇੰਗ ਗ੍ਰੈਂਡ ਪੇਰੈਂਟਸ ਸਾਡੇ ਕੋਲ ਵੀ ਚੂਕ ਹੋਈ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਸਕੇ ਪੂਰੀ ਤਰੀਕੇ ਨਾਲ, ਤੇ ਅਸੀਂ ਉਹਨਾਂ ਕੋਲ ਕੀ ਉਮੀਦ ਰੱਖੀਏ ਕਿ ਸਾਡੇ ਦੋਤਰੇ ਪੋਤਰਿਆਂ ਨੂੰ ਉਹ ਧਰਮ ਦਾ ਕੀ ਪ੍ਰਚਾਰ ਕਰਕੇ ਸਿਖਾਉਣਗੇ। ਤੇ ਮੈਨੂੰ ਲੱਗਦਾ ਕਿ ਬਹੁਤ ਖਾਸ ਜ਼ਰੂਰਤ ਹੈਗੀ ਉਹ ਦਾਦੀਆਂ ਦੀ ਤੇ ਨਾਨੀਆਂ ਦੀ ਬਹਿ ਕੇ ਜਿਹੜੀਆਂ ਉਹ ਬੱਚਿਆਂ ਨੂੰ ਸਾਖੀਆਂ ਸੁਣਾਈਆਂ ਕਰਦੀਆਂ ਸੀਗੀਆਂ, ਉਹ ਸਾਖੀਆਂ ਇੱਕ ਵਾਰ ਦੁਬਾਰਾ ਬੱਚਿਆਂ ਨੂੰ ਸੁਣਾਈ ਜਾਣ, ਤੇ ਨਾ ਖਾਲੀ ਸੁਣਾਈ ਜਾਣ, ਉਹਨਾਂ ਦੀ ਜ਼ਬਾਨ ਵਿੱਚ ਸੁਣਾਈ ਜਾਣ। ਕਿਉਂਕਿ ਜੇ ਛੋਟੇ ਬੱਚੇ ਨੇ, ਨਿੱਕੇ ਬੱਚੇ ਨੇ, ਜਿਹੜੇ ਦਿੱਲੀ ਰਹਿੰਦੇ ਨੇ, ਅੱਜ ਤੁਹਾਨੂੰ ਪਤਾ ਹੀ ਹੈਗਾ ਦਿੱਲੀ ਦੇ ਅੰਦਰ ਜ਼ਿਆਦਾਤਰ ਲੋਕ ਸਿੱਖ ਪਰਿਵਾਰਾਂ ਦੇ ਅੰਦਰ ਵੀ ਅਨਫੋਰਚੂਨੇਟਲੀ ਹਿੰਦੀ ਬੋਲਦੇ ਨੇ, ਜਦਕਿ ਇਹ ਮਾਂ ਪਿਓ ਦੀ ਡਿਊਟੀ ਹੈ ਕਿ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਨ, ਪਰ ਕਈ ਮਾਂ ਪਿਓ ਵੀ ਆਪ ਹਿੰਦੀ ਬੋਲਦੇ ਨੇ ਤੇ ਉਹਦੇ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ, ਲੇਕਿਨ ਉਹਨਾਂ ਨੂੰ ਸਮਝਾ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਉਹਨਾਂ ਵਾਸਤੇ। ਤੇ ਖਾਸ ਤੌਰ ਤੇ ਕੁਝ ਐਸਾ ਕੀਤਾ ਜਾਏ ਕਿ ਉਹ ਸਾਖੀਆਂ ਜਿਹੜੀ ਜ਼ਬਾਨ ਦੇ ਵਿੱਚ ਉਹ ਬੱਚੇ ਸਮਝ ਸਕਣ, ਮਲਟੀ ਲੈਂਗੁਏਜ, ਚਾਹੇ ਉਹ ਹਿੰਦੀ ਵਿੱਚ ਹੋਵੇ, ਚਾਹੇ ਅੰਗਰੇਜ਼ੀ 'ਚ ਹੋਵੇ, ਚਾਹੇ ਪੰਜਾਬੀ 'ਚ ਹੋਵੇ। ਮੈਂ ਤਾਂ ਇੱਥੇ ਤੱਕ ਕਹਾਂਗਾ ਕਿ 6-7 ਹੋਰ ਜਿਹੜੀ ਇੰਡੀਆ ਦੀ ਰੀਜਨਲ ਲੈਂਗੁਏਜਿਸ ਹੈਗੀਆਂ ਉਹਨਾਂ ਵਿੱਚ ਵੀ ਉਹ ਡੱਬ ਕਰਕੇ ਬਣਾਈਆਂ ਜਾਣ ਤੇ ਘਰ ਘਰ ਤੱਕ ਸੋਸ਼ਲ ਮੀਡੀਆ ਦੀ ਰਾਹੀਂ ਪਹੁੰਚਾਈਆਂ ਜਾਣ, ਤੇ ਗੁਰਦੁਆਰਾ ਇਹਦੇ ਅੰਦਰ ਇੱਕ ਇੰਪੋਰਟੈਂਟ ਰੋਲ ਪਲੇ ਕਰੇ। ਤੁਸੀਂ ਇਸ ਬਾਰੇ 'ਚ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜਾ ਅਹਿਮ ਸਵਾਲ ਤੁਸੀਂ ਚੁੱਕਿਆ ਕਿ ਸਾਡਾ ਕਨੈਕਟ ਟੁੱਟ ਗਿਆ ਹੈ ਆਉਣ ਵਾਲੀ ਪਨੀਰੀ ਦਾ ਔਰ ਸਾਡੀ ਕਲਰਜੀ ਦਾ। ਇੱਕ ਗੱਲ ਤੁਸੀਂ ਆਪ ਹੀ ਮੰਨ ਲਈ ਹੈ, ਜ਼ਿਆਦਾਤਰ ਸਿੱਖ ਕਹਿੰਦੇ ਦੇਖੋ ਜੀ ਸਾਡੀ ਕਮੇਟੀ ਕੀ ਕਰਦੀ ਪਈ ਹੈ, ਸਾਡੇ ਪ੍ਰਚਾਰਕ ਕੀ ਕਰਦੇ ਪਏ ਨੇ, ਸਾਡੇ ਬੱਚਿਆਂ ਨੂੰ ਕੁਝ ਪਤਾ ਨਹੀਂ। ਪਰ ਮੈਂ ਪੁੱਛਣਾ ਚਾਹੁੰਦਾ, ਮਾਤਾ ਪਿਤਾ ਦਾ ਕੋਈ ਰੋਲ ਨਹੀਂ ਹੈਗਾ? ਬਹੁਤ ਵੱਡਾ ਰੋਲ ਹੈ। ਮਾਤਾ ਪਿਤਾ ਨੇ ਕੀ ਕੀਤਾ ਆਪਣੇ ਬੱਚੇ ਨੂੰ ਸੰਭਾਲਣ ਲਈ, ਪੜ੍ਹਾਉਣ ਲਈ, ਗੁਰੂ ਨਾਲ ਜੋੜਨ ਲਈ? ਮਾਤਾ ਪਿਤਾ ਦਾ ਵੀ ਰੋਲ ਹੈਗਾ ਸੀ। ਦੂਜੀ ਪ੍ਰੋਬਲਮ ਇਹ ਹੋ ਗਈ ਕਿ ਸਾਡੇ ਜਿਹੜੀ ਕਲਰਜੀ ਹੈ, ਸਾਡੀ ਜਿਹੜੇ ਭਾਈ ਸਾਹਿਬਾਨ ਨੇ, ਉਹਨਾਂ ਕੋਲ ਉਹ ਜ਼ੁਬਾਨ ਨਹੀਂ ਹੈਗੀ ਜਿੱਦਾਂ ਤੁਸੀਂ ਕਿਹਾ ਨਾ, ਜੋ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਹੈ, ਜੇ ਬੱਚਿਆਂ ਦੇ ਸਵਾਲ ਹੋਣੇ ਚਾਹੀਦੇ ਨੇ। ਤੀਜੀ ਗੱਲ ਹੋ ਗਈ ਕਿ ਅੱਜ ਨਾ ਨਿਊਕਲੀਅਰ ਫੈਮਲੀਆਂ ਹੋ ਗਈਆਂ। ਅੱਜ ਅਸੀਂ ਤਕਰੀਬਨ ਆਪਣੇ ਮਾਪਿਓ ਨੂੰ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਘਰੋਂ ਕਦੋਂ ਮੰਜਾ ਚੁੱਕ ਕੇ ਬਾਹਰ ਰੱਖ ਦਈਏ, ਓਲਡ ਏਜ ਹੋਮ 'ਚ ਛੱਡ ਦਈਏ। ਉਹ ਨਾਨੀਆਂ ਦਾਦੀਆਂ ਦਾ ਕਲਚਰ ਜਿਹੜਾ ਤੁਸੀਂ ਕਿਹਾ ਉਹ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ। ਦੂਜੀ ਗੱਲ, ਮਦਰ ਫਾਦਰ ਦੋਵਾਂ ਨੂੰ ਕੰਮ ਕਰਨਾ ਪੈਂਦਾ ਤਾਂ ਘਰ ਦਾ ਖਰਚਾ ਚੱਲਦਾ। ਮਹਿੰਗਾਈ ਕਰ ਲਓ, ਕੋਵਿਡ ਕਰ ਲਓ, ਕਈ ਮਾਰਾਂ ਪੈਂਦੀਆਂ ਨੇ, ਖਰਚੇ ਵਧਾਏ ਨੇ ਅਸੀਂ। ਫਟਾਫਟ ਫੋਨ ਤੇ ਅੱਜ ਕੱਲ੍ਹ ਸਭ ਕੁਝ ਮਿਲ ਜਾਂਦਾ, ਸਾਨੂੰ ਲੋਨ ਤੇ ਕਿਸ਼ਤਾਂ ਲਾਉਣੀਆਂ ਪੈਂਦੀਆਂ ਨੇ। ਮਾਂ ਪਿਓ ਕੋਲ ਟਾਈਮ ਹੀ ਨਹੀਂ ਹੈਗਾ ਬੱਚਿਆਂ ਦਾ। ਲੇਕਿਨ ਮੈਂ ਸਮਝਦਾ ਵਾਂ ਕਿ ਅੱਜ ਸਾਡੀ ਕਲਰਜੀ ਨੂੰ ਟ੍ਰੇਨਿੰਗ ਵਾਸਤੇ ਇਹ ਲੰਬਾ ਟੌਪਿਕ ਹੈ, ਲੇਕਿਨ ਕਲਰਜੀ ਦੀ ਜਿਹੜੀ ਅਪਾਇੰਟਮੈਂਟ ਹੈ, ਉਹਨਾਂ ਦੀ ਟ੍ਰੇਨਿੰਗ ਦੇ ਸਕੂਲ ਜਿਹੜੇ ਹੋਣੇ ਉਹ ਬੜੇ ਲਾਜ਼ਮੀ ਨੇ। ਮਾਂ ਪਿਓ ਨੂੰ ਆਪ ਐਫਰਟ ਲੈਣੇ ਚਾਹੀਦੇ ਨੇ ਜਦੋਂ ਵਕਤ ਮਿਲੇ ਬੱਚੇ ਨੂੰ ਗੁਰਮੁਖੀ ਨਾਲ, ਧਰਮ ਨਾਲ, ਸਾਖੀਆਂ ਨਾਲ। ਦੂਜੀ ਗੱਲ ਦੇਖੋ, ਸਾਖੀਆਂ ਜਿਹੜੀਆਂ ਨੇ, ਮੈਂ ਆਪਣੀ ਗੱਲ ਦੱਸਦਾ, ਮੈਂ ਜਦੋਂ ਸਕੂਲ ਪੜ੍ਹਦਾ ਸੀਗਾ ਉਸ ਵੇਲੇ ਗਿਆਨੀ ਸੁੰਦਰ ਸਿੰਘ ਮੇਰੇ ਟੀਚਰ ਹੁੰਦੇ ਸੀਗੇ। ਇੰਡੀਆ ਗੇਟ ਵਸੰਤ ਵਿਹਾਰ 1965 ਸ਼ੁਰੂ ਹੋਇਆ। ਮੈਂ ਪਹਿਲੀ ਦੂਜੀ ਦੀ ਗੱਲ ਦੱਸਦਾ, ਖੁੱਲ੍ਹਾ ਦਾੜਾ ਹੁੰਦਾ ਸੀਗਾ, ਉਹ ਨਾ ਸਾਨੂੰ ਸਾਖੀ ਸ਼ੁਰੂ ਕਰ ਦਿੰਦੇ ਸੀਗੇ ਔਰ ਇੱਕ ਪੀਰੀਅਡ ਹੁੰਦਾ ਸੀਗਾ, ਉਹ ਸਾਖੀ ਅੱਧੀ ਹੁੰਦੀ ਸੀ ਤੇ ਪੀਰੀਅਡ ਖਤਮ ਹੋ ਜਾਂਦਾ ਸੀਗਾ। ਔਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰ ਰਹੇ ਨੇ, ਭਾਈ ਮਤੀ ਦਾਸ ਦੀ, 9ਵੇਂ ਪਾਤਸ਼ਾਹ ਦੀ ਗੱਲ ਕਰ ਰਹੇ ਨੇ, ਧਰਮ ਯੁੱਧਾਂ ਦੀ ਗੱਲ ਕਰ ਰਹੇ ਨੇ, 5ਵੇਂ ਪਾਤਸ਼ਾਹ ਦੀ ਗੱਲ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਦੀ ਫੇਰੀਆਂ ਦੀ ਗੱਲ ਕਰ ਰਹੇ ਨੇ, ਉਹਨਾਂ 'ਚ ਕਈ ਐਸੇ ਸੀਨ ਹੁੰਦੇ ਸੀ ਕਿ ਅਸੀਂ ਨਿੱਕੇ ਨਿੱਕੇ ਬੱਚੇ ਰੋਂਦੇ ਹੁੰਦੇ ਸੀ, ਭਾਈ ਸਾਹਿਬ ਸਾਨੂੰ ਸਾਖੀ ਸੁਣਾ ਰਹੇ ਨੇ ਗਿਆਨੀ ਜੀ, ਗਿਆਨੀ ਸੁੰਦਰ ਸਿੰਘ ਜੀ। ਅਸੀਂ ਵੇਟ ਕਰਦੇ ਸੀਗੇ ਕਿ ਅਗਲਾ ਪੀਰੀਅਡ ਕਦੋਂ ਆਏਗਾ, ਉਹ ਸਾਖੀ ਕੰਪਲੀਟ ਕਰਨਗੇ। ਐਟ ਦੀ ਏਜ ਆਫ 5, 6, 7 ਸਾਡੀ ਉਹ ਪਕੜ ਹੁੰਦੀ ਸੀਗੀ। ਮੈਂ ਸਮਝਦਾ ਜੇ ਮਾਪਿਆਂ ਨੂੰ ਰਾਤੀ ਸੌਣ ਲੱਗਿਆ ਜੇ 15 ਮਿੰਟ ਵੀ ਬੱਚੇ ਨੂੰ ਦੇ ਦਿਓ, ਰੋਜ਼ ਤੁਸੀਂ ਇੱਕ ਚੀਜ਼ ਨਵੀਂ ਸਿਖਾ ਦਿਓ, ਬੱਚਾ ਗ੍ਰੈਸਪ ਕਰਦਾ ਹੈ। ਔਰ ਬੱਚਾ ਉਹਦੇ ਟਾਈਮ ਹੈ ਉਹਦੇ ਕਰੈਕਟਰ ਬਿਲਡਿੰਗ ਦਾ। ਫਿਰ ਤੀਜੀ ਗੱਲ, ਜਿਹੜੇ ਮੀਡੀਆ ਤੋਂ ਡਰ ਲੱਗਦਾ ਨਾ, ਅੱਜ ਮੀਡੀਆ ਤੇ ਨੰਗੇ ਨਾਚ ਵੀ ਹੁੰਦੇ ਨੇ, ਸਭ ਕੁਝ ਹੁੰਦਾ ਹੈ। ਅੱਜ ਮੀਡੀਆ ਤੇ ਦੁਨੀਆ ਭਰ ਦਾ ਗੰਦ ਵੀ ਮਿਲਦਾ, ਦੁਨੀਆ ਭਰ ਦੀ ਚੰਗਿਆਈ ਵੀ ਮਿਲਦੀ ਹੈ। ਅਸੀਂ ਇਸ ਨੂੰ ਆਪਣਾ ਟੂਲ ਕਿਉਂ ਨਹੀਂ ਬਣਾ ਲੈਂਦੇ? ਅੱਜ ਬਾਬਾ ਬੰਦਾ ਸਿੰਘ ਬਹਾਦਰ ਜਾਂ 4 ਸਾਹਿਬਜ਼ਾਦੇ ਪਿਕਚਰ ਆਈ, ਬੱਚਿਆਂ ਨੇ ਕਿੱਦਾਂ ਦੇਖੀ? ਜਿਹੜੇ ਬੱਚਿਆਂ ਨੂੰ ਨਾ ਅੰਗਰੇਜ਼ੀ ਆਉਂਦੀ ਸੀ ਜਾਂ ਕਨਵੈਂਟ ਸਕੂਲਾਂ 'ਚ ਪੜ੍ਹੇ ਨੇ, ਮਤਲਬ ਨਾ ਪੰਜਾਬੀ ਆਉਂਦੀ ਸੀ, ਨਾ ਉਹਨਾਂ ਦੇ ਮਾਂ ਪਿਓ ਨੇ ਕਦੀ ਸਿਖਾਈ। ਮੈਂ ਐਸੇ ਬੱਚੇ ਦੇਖੇ ਨੇ, ਉਹਨਾਂ ਫੈਮਲੀਆਂ ਦੇ ਜਿਹੜੇ ਅਰਬੋਪਤੀ ਨੇ,
ਜੇ ਪਿਓ ਨੇ ਪੁੱਛਿਆ ਬੇਟੇ ਤੂੰ ਹੁਣ ਕੇਸ ਕਤਲ ਕਰਾਏਂਗਾ, ਉਹ ਕਹਿੰਦਾ ਨਹੀਂ ਗਰਦਨ ਕਟਵਾ ਲੂੰਗਾ, ਬਾਲ ਨਹੀਂ ਕਟਵਾਉਂਗਾ। ਇੰਪੈਕਟ ਦੇਖੋ। ਅਸੀਂ ਉਹ ਸੋਸ਼ਲ ਮੀਡੀਆ ਨੂੰ ਆਪਣਾ ਟੂਲ ਬਣਾ ਕੇ ਕਿਉਂ ਨਾ ਬੱਚਿਆਂ ਨਾਲ ਚੱਲੀਏ ਨਾ। ਸਾਨੂੰ ਸ਼ਾਰਟ ਫਿਲਮ ਬਣਾਉਣੀ ਚਾਹੀਦੀਆਂ ਨੇ। ਤੁਸੀਂ ਹੁਣੇ ਇੰਟਰਵਿਊ ਤੋਂ ਪਹਿਲੇ ਮੈਨੂੰ ਦੱਸ ਰਹੇ ਸੀ ਤੁਸੀਂ ਉਸ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ। ਮੈਂ ਸਮਝਦਾ ਕਿ ਜਦੋਂ ਤੁਸੀਂ ਇਹ ਚੀਜ਼ਾਂ ਅੱਛਾ ਬੱਚੇ ਦੇ ਕੋਲ ਟੈਲੀਫੋਨ ਹੈ, ਉਹਨੇ ਫੋਨ 'ਚ ਕਿਸੇ ਵੀ ਉਹਨੇ ਦੇਖਿਆ, ਅੱਛਾ ਉਹਦਾ ਇੰਟਰਸਟ ਪੈਦਾ ਹੋਣਾ ਚਾਹੀਦਾ। ਜਦੋਂ ਇੰਟਰਸਟ ਉਹਦਾ ਪੈਦਾ ਹੋ ਗਿਆ ਨਾ ਫਿਰ ਉਹ ਪਿੱਛੇ ਪਿੱਛੇ ਜਾਏਗਾ। ਅਸੀਂ ਘੋਟ ਕੇ ਨਹੀਂ ਪਿਆ ਸਕਦੇ। ਉਹ ਇੰਟਰਸਟ ਬਿਲਕੁਲ ਪੈਦਾ ਹੋਏਗਾ ਕਿਉਂਕਿ ਸੋਸ਼ਲ ਮੀਡੀਆ ਇੱਕ ਬਹੁਤ ਇੰਪੋਰਟੈਂਟ ਟੂਲ ਹੈਗਾ। ਅਗਰ ਉਹਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਏ ਤੇ ਖਾਸ ਤੌਰ ਤੇ ਜਿਹਦੇ ਗੁਰਦੁਆਰੇ ਦਾ ਐਪ ਬਣਿਆ ਹੈਗਾ, ਅਸੀਂ ਉਸ ਐਪ ਨੂੰ ਵੀ ਇਸਤੇਮਾਲ ਕਰ ਸਕਦੇ ਹੈਗੇ ਹਾਂ ਕਿ ਉਹ ਸਾਰੀ ਸਾਖੀਆਂ ਇੱਕ ਜਗ੍ਹਾ ਤੇ ਹੋਣ, ਬਿਸਾਈਡਸ YouTube ਤੇ ਹੋਰ ਜਿਸ ਤਰੀਕੇ ਨਾਲ ਅਸੀਂ ਉਹਦਾ ਪ੍ਰਚਾਰ ਕਰ ਸਕਦੇ ਹੈਗੇ ਹਾਂ। ਤੇ ਇਹ ਸਟੋਰੀ ਟੈਲਿੰਗ ਹੈਗੀ। ਬੱਚਿਆਂ ਨੂੰ ਤੁਸੀਂ ਇਹ ਇੱਕ ਜਿਹਨੂੰ ਕਹਿੰਦੇ ਨੇ ਅਸੀਂ ਟੌਫੀ ਦੇ ਰਹੇ ਹਾਂ, ਉਹਨੂੰ ਇੱਕ ਲੜ ਲਾ ਰਹੇ ਹਾਂ ਗੁਰੂ ਦੇ ਘਰ ਦੇ, ਤੇ ਇੱਕ ਵਾਰ ਉਹ ਲੜ ਲੱਗ ਜਾਏਗਾ ਤੇ ਉਹ ਬੱਚੇ ਜੁੜਨਗੇ। ਮਾਪਿਓ ਕੋਲ ਟਾਈਮ ਨਹੀਂ ਹੈਗਾ। ਤੁਸੀਂ ਰਾਈਟਲੀ ਸੈਡ ਤੁਸੀਂ ਇਹ ਗੱਲ ਕਹੀ ਕਿ ਵੀ ਹਰ ਬੰਦੇ ਨਿਊਕਲੀਅਰ ਫੈਮਿਲੀ ਨੇ ਬਿਜ਼ੀ ਹੁੰਦੇ ਨੇ, ਤੇ ਇਹ ਉਪਰਾਲਾ ਜਿਹੜਾ ਹੈਗਾ ਇਹ ਬਹੁਤ ਅੱਛਾ ਕੰਮ ਕਰ ਸਕਦਾ ਕੌਮ ਵਾਸਤੇ। ਇਹਦੇ ਵਾਸਤੇ ਅਸੀਂ ਵੀ ਆਪਣੀ ਸੇਵਾਵਾਂ ਦੇਣ ਵਾਸਤੇ ਤਿਆਰ ਹੈਗੇ ਹਾਂ। ਜਿਸ ਵਕਤ ਤੁਸੀਂ ਗੁਰੂ ਘਰੇ ਤੁਸੀਂ ਵਾਪਸ ਆਓ ਤੇ ਇਹਦੇ 'ਚ ਮਿਲ ਕੇ ਕੰਮ ਅਸੀਂ ਕਰਨਾ ਚਾਹਾਂਗੇ ਗੁਰਦੁਆਰਾ ਸਾਹਿਬ ਨਾਲ। ਬਿਲਕੁਲ। ਅਸੀਂ ਇਹਦੇ ਵਿੱਚ ਤੁਹਾਨੂੰ ਜਾਂ ਹੋਰ ਜਿਹੜੇ ਬੰਦੇ ਉਹ ਭਾਵੇਂ ਐਨੀਮੇਸ਼ਨ 'ਚ ਹੋਣ ਭਾਵੇਂ ਕੁਛ ਹੋਣ, ਜਿਵੇਂ ਅਸੀਂ ਗੁਰੂ ਪਰਿਵਾਰ ਨਹੀਂ ਦਿਖਾ ਸਕਦੇ, ਲੇਕਿਨ ਜਿਹੜੀਆਂ ਚੀਜ਼ਾਂ ਅਸੀਂ ਦਿਖਾ ਸਕਦੇ ਸਾਡੇ ਕੋਲ ਉਹ ਖਜ਼ਾਨਾ ਹੀ ਇੰਨਾ ਵੱਡਾ ਹੈ। ਫਿਰ ਲੋਕਾਂ ਨੇ ਤੇ ਬਣਾ ਕੇ ਕਰੈਕਟਰ ਦਿਖਾਏ ਹੋਏ ਨੇ। ਸਾਡੇ ਕੋਲ ਤੇ ਸਾਖੀਆਂ ਵਿਦ ਹਿਸਟੋਰੀਕਲ ਫੈਕਟਸ ਨੇ। ਸਾਡਾ ਧਰਮ ਜਿਹੜਾ ਹੈਗਾ ਉਹ ਮਿਥਿਓਲੋਜੀ ਨਹੀਂ ਹੈ, ਉਹ ਹਿਸਟਰੀ ਹੈ। ਸੋ ਇਸ ਕਰਕੇ ਮੈਂ ਸਮਝਦਾ ਵਾਂ ਇਹ ਕੰਮ ਕਰਨੇ ਬੜੇ ਲਾਜ਼ਮੀ ਨੇ। ਜਿਹੜੀ ਵੀ ਕਮੇਟੀ ਆਵੇ, ਜਿਹੜਾ ਵੀ ਜਗ੍ਹਾ ਤੇ ਆਵੇ, ਉਸ ਨੂੰ ਸਭ ਤੋਂ ਪਹਿਲੇ ਇਹ ਪ੍ਰਚਾਰ ਔਰ ਪ੍ਰਸਾਰ ਦੀ ਗੱਲ ਕਰਨੀ ਚਾਹੀਦੀ ਹੈ ਔਰ ਉਹਦੇ ਕੋਲ ਵਿਜ਼ਨ ਹੋਣਾ ਚਾਹੀਦਾ। ਜਿਵੇਂ ਮੈਂ ਇਹ ਕਹਿ ਸਕਦਾ ਕਿ ਤੁਸੀਂ ਮੈਨੂੰ ਸ਼ੁਰੂ 'ਚ ਵਿਜ਼ਨ ਦੀ ਗੱਲ ਕੀਤੀ, ਮੈਂ ਉਹਦਾ ਜਵਾਬ ਹਾਲੇ ਤੱਕ ਨਹੀਂ ਦਿੱਤਾ। ਹਾਂ, ਮੈਂ ਵਿਜ਼ਨ ਤੇ ਹੀ ਆ ਰਿਹਾ ਤੁਹਾਡੇ। ਓਕੇ, ਮੈਂ ਹੁਣ ਤੁਹਾਡੇ ਵਿਜ਼ਨ ਤੇ ਹੀ ਆਉਣ ਲੱਗਿਆ ਹੈਗਾ ਕਿ ਮੈਂ ਤੁਹਾਨੂੰ ਇਹ ਪੁੱਛਣ ਲੱਗਿਆ, ਜੇ ਤੁਸੀਂ ਪ੍ਰਧਾਨ ਦੀ ਸੀਟ ਤੇ ਵਾਪਸ ਆਉਂਦੇ ਹੈਗੇ ਹੋ ਤੇ ਤੁਹਾਡਾ ਵਿਜ਼ਨ ਸੰਗਤਾਂ ਲਈ ਕੀ ਹੋਏਗਾ? ਅਸੀਂ ਸ਼ੁਰੂ ਕਰਨੇ ਆ ਉੱਤੋਂ ਲੈ ਕੇ, ਜਿੱਦਾਂ ਧਰਮ ਪ੍ਰਚਾਰ ਜਿੱਥੇ ਅਸੀਂ ਗੱਲ ਕਰ ਰਹੇ ਸੀ, ਧਰਮ ਪ੍ਰਚਾਰ ਦੇ ਵਾਸਤੇ ਤੁਹਾਡਾ ਵਿਜ਼ਨ ਕੀ ਹੋਏਗਾ? ਦੇਖੋ ਇਸ ਤਰ੍ਹਾਂ ਹੈ, ਤੁਸੀਂ ਆਖਿਆ ਹੈ ਕਿ ਜੇ ਮੈਂ ਆਵਾਂਗਾ ਤਾਂ ਕੀ ਕਰਾਂਗਾ। ਅੱਜ ਮੈਂ ਜੋ ਮਰਜ਼ੀ ਝੂਠ ਬੋਲ ਦਵਾਂ, ਮੈਂ ਅਸਮਾਨ ਤੋਂ ਤਾਰੇ ਤੋੜ ਲਿਆਵਾਂਗਾ, ਮੈਂ ਫਲਾਣਾ ਕੰਮ ਕਰ ਦਿਆਂਗਾ, ਲੇਕਿਨ ਮੈਂ ਹੁਣ ਤੁਹਾਨੂੰ ਦੱਸਣਗਾ ਕਿ ਜੋ ਮੈਂ ਕੀਤਾ ਸੰਗਤ ਨੂੰ ਉਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਨਾ ਕਿ ਜੋ ਇਸਨੇ ਕੀਤਾ ਜਾਂ ਇਸ ਪਰਿਵਾਰ ਨੇ ਕੀਤਾ ਤੇ ਅੱਗੋਂ ਕੀ ਹੋਏਗਾ। ਵਿਜ਼ਨ ਤੇ ਉਹੀ ਰਿਫਲੈਕਟ ਹੋਏਗਾ ਨਾ ਜੋ ਮੇਰੇ ਕੋਲ ਅੰਦਰ ਮੇਰੇ ਜਿਹਨੂੰ ਕਹਿੰਦੇ ਕੰਪਿਊਟਰ ਦੀ ਹਾਰਡ ਡਿਸਕ ਦੇ ਵਿੱਚ ਜੋ ਕੁਝ ਹੈ ਵੇ ਉਹੀ ਬਾਹਰ ਨਿਕਲ ਕੇ ਆਏਗਾ। ਮੈਂ ਸਮਝਦਾ ਤੁਸੀਂ ਧਰਮ ਪ੍ਰਚਾਰ ਦੀ ਗੱਲ ਕੀਤੀ। ਹੁਣ ਧਰਮ ਪ੍ਰਚਾਰ ਤੁਸੀਂ ਇਹ ਦੇਖ ਲਓ ਕਿ ਮੈਂ ਜਿੱਦਾਂ ਤੁਹਾਨੂੰ ਰੰਗਰੇਟਾ ਮਾਰਚ ਦੱਸਿਆ, ਇਹ ਰੰਗਰੇਟਾ ਮਾਰਚ ਕਿਸੇ ਦੇ ਦਿਮਾਗ 'ਚ ਵੀ ਨਹੀਂ ਸੀਗਾ ਕਿ 374 ਕਿਲੋਮੀਟਰ ਪੈਦਲ ਤੁਰ ਕੇ ਜਾਣਾ 10 ਦਿਨਾਂ ਦੇ ਵਿੱਚ। ਜੇ ਅਸੀਂ ਗੁਰਦੁਆਰਾ ਕਮੇਟੀ 'ਚ ਆਉਣ ਤੋਂ ਪਹਿਲੇ ਅਸੀਂ ਕਿੰਨੇ ਕੈਂਪ ਲਗਾਏ, ਕਿਤੇ ਪੌਂਟਾ ਸਾਹਿਬ, ਕਿਤੇ ਜੰਮੂ ਕਸ਼ਮੀਰ, ਕਿਤੇ ਦਿੱਲੀ ਦੇ ਵਿੱਚ ਅਸੀਂ ਧਾਰਮਿਕ ਕੈਂਪ ਲਗਾਏ। ਬੱਚਿਆਂ ਨੂੰ ਲਿਜਾ ਕੇ ਉੱਥੇ ਉਹਨਾਂ ਨੂੰ ਗੁਰੂ ਸ਼ਬਦ ਨਾਲ ਜੋੜਨਾ, ਗੁਰੂ ਇਤਿਹਾਸ ਨਾਲ ਜੋੜਨਾ। ਇਸੇ ਤਰੀਕੇ ਨਾਲ ਗੁਰਦੁਆਰਾ ਕਮੇਟੀ 'ਚ ਰਹਿੰਦੇ ਹੋਏ ਅਸੀਂ ਪਾਠ ਬਹੁਤ ਸਮਾਗਮ ਹੋ ਜਾਣ, ਸਟੇਜਾਂ ਦੇ ਉੱਤੋਂ ਪੋਲੀਟੀਕਲ ਸਪੀਚਾਂ ਬੰਦ ਕੀਤੀਆਂ, ਸਟੇਜਾਂ ਦੇ ਉੱਤੇ ਬਹਿਣਾ ਬੰਦ ਕੀਤਾ। ਇਹ ਪਹਿਲੇ ਕਦੀ ਨਹੀਂ ਹੁੰਦਾ ਸੀ। ਨਗਰ ਕੀਰਤਨਾਂ ਦੇ ਵਿੱਚ ਡਿਸਪਲਿਨ ਲੈ ਕੇ ਆਏ ਕਿ ਮਹਾਰਾਜ ਦੀ ਸਵਾਰੀ ਪਿੱਛੇ ਚੱਲਦੀ ਸੀ, ਅਸੀਂ ਉਸ ਨੂੰ ਅੱਗੇ ਲੈ ਕੇ ਆਏ। ਅਸੀਂ ਪਿੱਛੋਂ ਗੰਦ ਹੁਣ ਦੇਖੋ ਕਈ ਚੀਜ਼ਾਂ ਬੜੀਆਂ ਨਵੀਆਂ ਕੀਤੀਆਂ। ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼ ਨੇ ਅੱਧੇ ਪੇਜ ਦੀ ਖਬਰ ਲਾਈ। ਹੁੰਦਾ ਕੀ ਸੀ, ਜਦੋਂ ਇਹ ਹੁਣ 2 ਤਰੀਕ ਨੂੰ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਬੰਗਲਾ ਸਾਹਿਬ ਦੇ ਆਲੇ ਦੁਆਲੇ ਸਾਰਾ ਗੰਦ ਹੁੰਦਾ ਸੀਗਾ। ਇਸੇ ਤਰੀਕੇ ਨਾਲ ਮਤਲਬ ਜੋ ਅਸੀਂ ਸਟਾਲ ਲਾਉਂਦੇ ਸੀਗੇ ਸਾਰਾ ਉੱਥੇ ਸੁੱਟ ਜਾਂਦੇ ਸੀਗੇ। ਨਗਰ ਕੀਰਤਨ ਨਿਕਲ ਕੇ ਜਾਂਦਾ ਸੀ, ਚਾਂਦਨੀ ਚੌਂਕ ਪਿੱਛੋਂ ਕਾਰਪੋਰੇਸ਼ਨ ਦੇ ਟਰੱਕਾਂ ਦੇ ਟਰੱਕ ਸਮਾਨ ਕੂੜਾ ਚੁੱਕਦੇ ਸੀ। ਮੈਂ ਇਹ ਕੰਮ ਕੀਤਾ ਕਿ ਮੈਂ ਯੰਗ ਬੱਚਿਆਂ ਨੂੰ ਮੈਂ 600 ਵਲੰਟੀਅਰਸ ਤਿਆਰ ਕੀਤੇ, ਕੁੜੀਆਂ ਮੁੰਡੇ, ਕਿ ਜਿੱਥੋਂ ਨਗਰ ਕੀਰਤਨ ਨਿਕਲ ਕੇ ਜਾ ਰਿਹਾ, ਨਗਰ ਕੀਰਤਨ ਨਹੀਂ ਨਿਕਲ ਕੇ ਜਾ ਰਿਹਾ, ਸਾਡਾ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਨਿਕਲ ਕੇ ਜਾ ਰਿਹਾ। ਲੋਕ ਕੀ ਕਹਿੰਦੇ ਨੇ, ਯਹਾਂ ਸੇ ਸਿੱਖੋਂ ਦਾ ਗੁਰੂ ਨਿਕਲ ਕੇ ਗਿਆ। ਆਪਾਂ ਜੋ ਖਾਧਾ ਉੱਥੇ ਸੁੱਟ ਦਿੱਤਾ। ਕਿਤੇ ਪੀਜ਼ਾ ਵੰਡਿਆ ਜਾ ਰਿਹਾ, ਕਿਤੇ ਨੂਡਲਸ ਵੰਡੇ ਜਾ ਰਹੇ, ਕਿਤੇ ਕੋਲਡ ਡਰਿੰਕ, ਕਿਤੇ ਕੌਫੀ, ਕਿਤੇ ਆਈਸਕ੍ਰੀਮ। ਉਹ ਸਾਰਾ ਕੁਝ ਚੁੱਕ ਕੇ ਨਾਲ ਹੀ ਸਾਡੇ ਟੈਂਪੂ ਚੱਲਦੇ ਹੁੰਦੇ ਸੀ ਕਿ ਵੱਡੇ ਗਾਰਬੇਜ ਬੈਗਾਂ 'ਚ ਭਰਦੇ ਸੀ ਔਰ ਅਸੀਂ ਨਹੀਂ ਭਰਦੇ ਸੀ। ਮੈਂ ਕੋਈ ਪੇਡ ਸਟਾਫ ਨਹੀਂ ਲਾਇਆ, ਸੰਗਤ ਦੇ ਬੰਦੇ, ਸੰਗਤ ਦੇ ਬੱਚੇ, ਚੰਗੇ ਘਰਾਂ ਦੇ ਬੱਚੇ, ਉਹ ਸਾਰਾ ਕੁਝ ਚੁੱਕ ਕੇ ਨਾਲ ਦੀ ਨਾਲ ਸਫਾਈ ਕਰਦੇ ਜਾਂਦੇ ਸੀਗੇ। ਔਰ ਮੈਨੂੰ ਯਾਦ ਹੈ ਜਿਹੜਾ ਚਾਂਦਨੀ ਚੌਂਕ ਦੇ ਕਟੜਿਆਂ ਦਾ ਪ੍ਰਧਾਨ ਸੀਗੇ, ਉਸ ਦੀ ਸਟੇਟਮੈਂਟ ਟਾਈਮਜ਼ ਆਫ ਇੰਡੀਆ 'ਚ ਮੈਂ ਪੜ੍ਹੀ ਸੀਗੀ ਕਿ ਸਿੱਖਾਂ ਨੇ ਦੱਸ ਦਿੱਤਾ
ਕਿ ਅਗਰ ਕੋਈ ਚੀਜ਼ ਤੁਸੀਂ ਕਰਨਾ ਚਾਹੋ ਤਾਂ ਕਿੱਦਾਂ ਕਰਦੇ ਨੇ। ਐਡਾ ਨਗਰ ਕੀਰਤਨ ਨਿਕਲ ਗਿਆ ਕਿ ਕਈ ਸਾਲਾਂ ਤੋਂ ਨਿਕਲਦਾ ਗੰਦ ਪੈਂਦਾ ਸੀ, ਬਟ ਨਾਓ ਦੇ ਹੈਵ ਟੋਟਲੀ ਚੇਂਜ ਦ ਵੇ। ਸੋ ਮੈਂ ਇਹ ਸਮਝਦਾ ਵਾਂ ਕਿ ਅਵੇਅਰਨੈਸ ਲਿਆਉਣੀ ਬੜੀ ਜ਼ਰੂਰੀ ਹੈ। ਅੱਛਾ, ਇਸੇ ਤਰੀਕੇ ਨਾਲ ਤੁਸੀਂ ਗੱਲ ਕੀਤੀ, ਜੇ ਐਜੂਕੇਸ਼ਨ ਦੀ ਗੱਲ ਕਰ ਲਓ, ਹੁਣ ਐਜੂਕੇਸ਼ਨ 'ਤੇ ਆ ਜਾਓ। ਐਜੂਕੇਸ਼ਨ ਦੇ ਉੱਤੇ ਸਭ ਤੋਂ ਪਹਿਲੇ ਮੈਂ ਚੇਅਰਮੈਨ ਬਣਦਾ ਵਾਂ, 95 'ਚ ਮੈਂਬਰ ਬਣਦਾ ਵਾਂ ਅਤੇ ਮੈਂ ਚੇਅਰਮੈਨ ਬਣਦਾ ਵਾਂ ਬਸੰਤ ਵਿਹਾਰ ਸਕੂਲ ਦਾ। ਇਹ ਸਕੂਲ 'ਚ ਸਭ ਤੋਂ ਪਹਿਲੇ ਅਗਰ ਇੰਟਰਨੈਟ ਦੇ ਉੱਤੇ ਪੜ੍ਹਾਈ ਦਿੱਲੀ 'ਚ ਕਿਸੇ ਸਕੂਲ ਨੇ ਸ਼ੁਰੂ ਕੀਤੀ ਤੇ ਬਸੰਤ ਵਿਹਾਰ ਨੇ ਸ਼ੁਰੂ ਕੀਤੀ 97-96 ਵਿੱਚ। 99 ਦੇ ਵਿੱਚ ਮੈਂ ਉੱਥੇ ਸਲੋ ਲਰਨਰਸ ਦਾ ਸੈਕਸ਼ਨ ਸ਼ੁਰੂ ਕੀਤਾ। ਸਾਡੇ ਘਰਾਂ 'ਚ ਮੰਦਬੁੱਧੀ ਦੇ ਬੱਚੇ ਹੁੰਦੇ ਨੇ, ਉਮਰ ਉਹਦੀ 15 ਸਾਲ, ਦਿਮਾਗ ਉਹਦਾ 10 ਸਾਲ ਤੇ 8 ਸਾਲ ਤੇ, ਉਹ ਬੱਚਿਆਂ ਦੇ ਅਸੀਂ ਸਪੈਸ਼ਲ ਐਜੂਕੇਟਰ ਲੈ ਕੇ 6 ਕਮਰੇ ਅਲੱਗ ਬਲਾਕ ਬਣਾ ਕੇ ਅਸੀਂ ਉਹ ਸ਼ੁਰੂ ਕੀਤਾ। ਹੁਣ ਇਹ ਵਿਜ਼ਨ ਦੀ ਗੱਲ ਹੈ। ਮੈਨੂੰ ਮੇਰੇ ਕੁਲੀਗ ਹੀ ਕਹਿਣ ਕਿ ਇਹ ਤਾਂ ਪਾਗਲਾਂ ਦਾ ਸਕੂਲ ਖੋਲ੍ਹਣ ਲੱਗਾ। ਆਮਿਰ ਖਾਨ ਨੇ 2006 ਕੇ 7 ਵਿੱਚ ਪਿਕਚਰ ਬਣਾਈ ਤਾਰੇ ਜ਼ਮੀਨ ਪੇ, ਲੋਕੀ ਉਹਦੀ ਤਾਰੀਫ ਕਰਨ ਲੱਗ ਪਏ। ਅਸੀਂ ਉਹ ਕੰਮ ਕਦੋਂ ਦੇ ਕਰ ਚੁੱਕੇ ਸੀ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਾਸ ਦੀ ਪਾਇਨੀਅਰ ਇਨ ਇਟ। ਸਕੂਲਾਂ ਦੇ ਵਿੱਚ ਸਾਡੇ ਕਦੀ ਕੈਰੀਅਰ ਗਾਈਡੈਂਸ ਫੇਅਰ ਨਹੀਂ ਲੱਗੇ ਸੀਗੇ ਕਿ ਮੇਰਾ 8ਵੀਂ 9ਵੀਂ 'ਚ ਬੱਚਾ ਆ ਗਿਆ, ਉਹਨੇ 9ਵੀਂ 10ਵੀਂ 11ਵੀਂ 'ਚ ਕੀ ਲੈਣਾ, 10ਵੀਂ 12ਵੀਂ 'ਚ ਕੀ ਲੈਣਾ ਉਸਨੇ। ਉਹ ਅਸੀਂ ਸਭ ਤੋਂ ਪਹਿਲੇ ਸ਼ੁਰੂ ਕੀਤੇ, ਜਿਹਦੇ 'ਚ ਹਜ਼ਾਰਾਂ ਬੱਚੇ ਔਰ ਪ੍ਰੋਫੈਸ਼ਨਲ ਤੌਰ 'ਤੇ ਲਾਏ। ਜਾਂ ਟਾਈਮਜ਼ ਆਫ ਇੰਡੀਆ ਗਰੁੱਪ ਦਾ ਬਹੁਤ ਵੱਡਾ ਨਾਂ ਆਉਂਦਾ ਸੀਗਾ ਇਹਦੇ ਵਿੱਚ, ਜਾਂ ਗੁਰਦੁਆਰਾ ਕਮੇਟੀ ਦਾ ਜਿਹੜਾ ਕਦੀ ਨਹੀਂ ਹੋਇਆ, ਜਿਹਨੂੰ ਅਸੀਂ 5 ਸਾਲ ਲਾਇਆ। ਇਸੇ ਤਰੀਕੇ ਨਾਲ ਟੀਚਰ ਟ੍ਰੇਨਿੰਗ ਪ੍ਰੋਗਰਾਮ, ਹੈਲਗਾ ਟੌਡ ਫਾਊਂਡੇਸ਼ਨ ਜਿਹੜੀ ਕੈਂਬਰਿਜ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ, ਉਹਦੇ ਅੰਗਰੇਜ਼ ਜਿਹੜੇ ਮੈਂਟੋਰ ਸੀਗੇ, ਜਿਹੜੇ ਟ੍ਰੇਨਰ ਸੀਗੇ, ਉਹਨਾਂ ਨੂੰ ਬੁਲਾ ਕੇ ਇੱਥੇ ਰੱਖਣਾ, 700 ਟੀਚਰਾਂ ਨੂੰ ਟ੍ਰੇਨਿੰਗ ਦਿਵਾਉਣੀ। ਇਹ ਵੀ ਛੱਡ ਦਿਓ ਗੱਲ ਤੁਸੀਂ, ਇਹ ਕਦੀ ਨਹੀਂ ਹੋਈ ਸੀ ਸਾਡੇ ਸਕੂਲਾਂ 'ਚ। ਸਾਡੇ ਸਕੂਲਾਂ 'ਚ ਜਿਹਨੇ 25 ਸਾਲ ਪਹਿਲੇ ਬੀਐਡ ਕੀਤੀ ਹੈ, ਉਹੀ ਪੁਰਾਣਾ ਤਕੀਆ ਨੂੰ ਸੀ ਸਟਾਈਲ ਸੀਗਾ ਪੜ੍ਹਾਉਣ ਦਾ। ਅੱਜ ਨਵੀਆਂ ਟੈਕਨੀਕਸ ਕੀ ਨੇ, ਅੱਜ ਬੱਚਿਆਂ ਨੂੰ ਨਵੇਂ ਤਰੀਕੇ ਨਾਲ ਕਿੱਦਾਂ ਪੜ੍ਹਾਇਆ ਜਾਵੇ। ਅੱਜ ਉਦੋਂ ਹੁੰਦੇ ਸੀ ਲੰਬੇ ਲੰਬੇ ਕਾਗਜ਼ ਲਿਖਦੇ ਚਲੇ ਜਾਓ ਤੇ ਤੁਹਾਨੂੰ ਨੰਬਰ ਮਿਲਦੇ ਨੇ। ਅੱਜ ਆਬਜੈਕਟਿਵ ਟਾਈਪ ਕੁਐਸਚਨਸ ਦੇ ਉਹਨਾਂ ਨੇ 1 ਸਕਿੰਟ 'ਚ ਇੱਕ ਸਵਾਲ 'ਚੋਂ ਪਤਾ ਲੱਗ ਜਾਣਾ ਕਿ ਬੱਚੇ ਦੇ ਦਿਮਾਗ 'ਚ ਕੀ ਹੈਗਾ ਤੇ ਕੀ ਨਹੀਂ ਹੈਗਾ। ਇਸੇ ਤਰੀਕੇ ਨਾਲ ਤੁਸੀਂ ਇਹ ਦੇਖੋ, ਕਿਸੇ ਨੇ ਕਦੀ ਮਿਨੋਰਟੀ ਸਟੇਟਸ ਦਾ ਸੁਪਨਾ ਲਿਆ ਸੀਗਾ? ਅੱਜ ਮੇਰੇ ਚਾਰੋਂ ਕਾਲਜ ਔਰ ਇੰਜੀਨੀਅਰਿੰਗ ਕਾਲਜਸ ਔਰ ਸਕੂਲਾਂ 'ਚ ਮਿਨੋਰਟੀ ਸਟੇਟਸ ਹੈ। ਅੱਗੇ ਕ੍ਰਿਸ਼ਨਾ ਦੇ ਬੱਚਿਆਂ ਨੂੰ ਐਡਮਿਸ਼ਨ ਮਿਲਦੀ ਸੀ 50% ਕੋਟਾ ਉਹਨਾਂ ਦਾ, ਮੁਸਲਿਮਸ ਦੇ ਬੱਚਿਆਂ ਨੂੰ ਮਿਲਦੀ ਸੀ, ਜੈਨੀਅਨ ਸਾਨੂੰ ਕਿਉਂ ਨਹੀਂ ਮਿਲਦੀ ਸੀ? ਖਾਲਸਾ ਕਾਲਜ ਜਾਓ, ਅੱਜ ਜਾ ਕੇ ਪੱਗਾਂ ਗਿਣੋ। ਅੱਗੇ 20% ਸਿੱਖ ਬੱਚਾ ਪੜ੍ਹਦਾ ਸੀ, ਅੱਜ 55% ਸਿੱਖ ਬੱਚਾ। ਮਾਤਾ ਸੁੰਦਰੀ ਹੋਵੇ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਹੋਵੇ, ਦੇਵਨਗਰ ਕਾਲਜ ਹੋਵੇ, ਸਾਡੇ ਇੰਜੀਨੀਅਰਿੰਗ ਕਾਲਜ ਟੋਟਲੀ ਸਿੱਖਾਂ ਦਾ ਹੈਗਾ। ਮਤਲਬ ਜੇ 4000 ਰੈਂਕ ਤੋਂ ਥੱਲੇ ਇੰਜੀਨੀਅਰਿੰਗ ਦੀ ਐਡਮਿਸ਼ਨ ਨਹੀਂ ਮਿਲ ਸਕਦੀ, ਸਿੱਖ ਬੱਚੇ ਨੂੰ 45000 ਰੈਂਕ ਤੇ ਦੇ ਰਿਹਾ, ਉਹਦਾ ਰੈਂਕ ਅਗਰ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਤੇ ਆਇਆ। ਇਹ ਸਾਡੇ ਵਿਜ਼ਨ ਸੀਗੇ, ਇਹ ਅਸੀਂ ਕੰਮ ਕੀਤੇ ਨੇ। ਤੁਸੀਂ ਆ ਜਾਓ ਗੁਰਦੁਆਰਿਆਂ ਦੇ ਸੁਧਾਰ ਤੇ ਆ ਜਾਓ। ਮੈਂ ਕਹਿੰਦਾ ਜਹੇਦਾਰ ਸੰਤੋਖ ਸਿੰਘ ਤੋਂ ਵੱਡਾ ਕੌਣ ਲੀਡਰ ਹੋ ਸਕਦਾ ਕਿ ਜਿਹਨੇ 20 ਸਕੂਲ ਬਣਾ ਦਿੱਤੇ ਹੋਣ, ਐਡੇ ਕਾਲਜ ਬਣਾ ਦਿੱਤੇ ਹੋਣ। ਲੇਕਿਨ ਗੁਰਦੁਆਰਿਆਂ ਦੀਆਂ ਜ਼ਮੀਨਾਂ, ਔਰ ਫਿਰ ਜਿਸ ਤਰੀਕੇ ਨਾਲ ਬਾਲਾ ਸਾਹਿਬ ਹਸਪੀਟਲ ਦੀ ਗੱਲ ਕਰਦੇ ਹੋ, ਗੇਟ ਜਥੇਦਾਰ ਜੀ ਨੇ ਲਾਇਆ ਸੀ, ਮੈਂ ਖੁਦ ਬੁਲਡੋਜ਼ਰ ਚਲਾ ਕੇ 10 ਰਾਤਾਂ ਕੱਟ ਕੇ ਉਹ ਜ਼ਮੀਨ ਕਬਜ਼ੇ ਕੀਤੀ ਸੀਗੀ। ਮੈਂ ਸਮਝਦਾ ਵਾਂ ਕਿ ਇਹ ਜਿਹੜੇ ਕੰਮ ਕੀਤੇ ਉਹ ਆਪਣੇ ਇੱਕ ਨਵੇਕਲੇ ਸੀਗੇ। ਜੇ ਮੈਂ ਸਿੱਖ ਇਸ਼ੂਜ਼ 'ਤੇ ਆ ਜਾਵਾਂ, 1984 'ਤੇ ਆ ਜਾਵਾਂ, ਸੱਜਣ ਕੁਮਾਰ ਕਿਉਂ ਪਹਿਲੇ ਨਹੀਂ ਫੜਿਆ ਗਿਆ ਜੀ? HKL ਭਗਤ ਤੇ ਉਹ ਜਿਹੜਾ ਸੀਗਾ ਧਰਮਦਾਸ ਸ਼ਾਸਤਰੀ, ਉਹ ਨੈਚੁਰਲ ਡੈਥ ਕਿਉਂ ਮਰ ਗਏ? ਕਿੰਨੇ ਪੈਸੇ ਖਾਦੇ? ਕੋਈ ਸੋਚ ਸਕਦਾ ਸੀ ਜਾਏਗਾ ਸੱਜਣ ਕੁਮਾਰ ਅੰਦਰ? ਕਮਿਟਮੈਂਟ ਨਾਲ ਲੜੇ ਆ। 84 ਦੀ ਯਾਦਗਾਰ ਸਾਡੀ 2 ਗਜ਼ ਜ਼ਮੀਨ ਸਰਕਾਰ ਨਾ ਦੇਵੇ, ਅਸੀਂ ਪਾਰਲੀਮੈਂਟ ਦੇ ਸਾਹਮਣੇ ਬਣਾ ਦਿੰਦੇ ਹਾਂ। 1978 ਦੇ ਵਿੱਚ ਪਹਿਲੀ ਦਫਾ ਅਮਰ ਜਵਾਨ ਜੋਤੀ ਤੇ ਮੇਰੀ ਗ੍ਰਿਫਤਾਰੀ ਹੁੰਦੀ, ਮੇਰੀ ਬਾਹਾਂ ਤੋੜੀਆਂ ਜਾਂਦੀਆਂ, ਸਿਰ ਫਟਦਾ। ਕਿਰਨ ਬੇਦੀ ਦੇ ਨਾਲ ਮੇਰਾ ਝਗੜਾ ਹੁੰਦਾ, ਜਦੋਂ ਨਿਰੰਕਾਰੀ ਮੂਵਮੈਂਟ 'ਚ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ। ਅਮਰ ਜਵਾਨ ਜੋਤੀ ਤੇ ਮੁਰਾਰਜੀ ਦੇਸਾਈ ਦੀ ਸਰਕਾਰ ਵੇਲੇ ਬਾਦਲ ਸਾਹਿਬ ਉਹਨਾਂ ਦੇ ਸਹਿਯੋਗੀ ਸੀਗੇ। ਉਹਦੇ 'ਚ 2 ਮੁੰਡੇ ਮਰਦੇ ਨੇ, ਜਹੇਦਾਰ ਅਵਤਾਰ ਸਿੰਘ ਕੋਹਲੀ ਦਿੱਲੀ ਦੇ ਪ੍ਰਧਾਨ ਸ਼ਹੀਦ ਹੁੰਦੇ ਨੇ। ਮੈਂ ਸਮਝਦਾ ਵਾਂ 1982 'ਚ ਯੂਥ ਕਾਰਜਦਲ ਦਾ ਮੈਂ ਪ੍ਰਧਾਨ ਬਣਦਾ, ਜਿੱਥੇ ਬਾਲਾ ਸਾਹਿਬ ਹਸਪੀਟਲ ਦੀ ਜਗ੍ਹਾ ਕਬਜ਼ਾ ਕਰਦੇ ਆ। ਇੰਗਲੈਂਡ ਦੇ ਵਿੱਚ ਮਾਰਗਰੇਟ ਥੈਚਰ ਪ੍ਰਾਈਮ ਮਿਨਿਸਟਰ ਸੀ, 8ਵੀਂ 'ਚ ਪੜ੍ਹਦਾ, ਸਰਬਜੀਤ ਸਿੰਘ ਬੱਚਾ ਕਰ ਦਿੰਦੇ ਨੇ ਸਕੂਲੋਂ ਬਾਹਰ। ਉਹ ਲੜਾਈ ਮੈਂ ਲੜਦਾ, ਕੇਸ ਜਿੱਤਦਾ ਵਾਂ, ਬੱਚੇ ਨੂੰ ਐਡਮਿਸ਼ਨ ਮਿਲਦੀ ਹੈ। 1964 ਜਹੇਦਾਰ ਸੰਤੋਖ ਸਿੰਘ ਪੰਜਾਬੀ ਸੈਕੰਡ ਲੈਂਗੁਏਜ ਦੀ ਲੜਾਈ ਸ਼ੁਰੂ ਕਰਦੇ ਨੇ। 2003 ਦੇ ਵਿੱਚ ਮੈਂ ਕਾਮਯਾਬ ਹੁੰਦਾ, ਜਦੋਂ ਸ਼ੀਲਾ ਦੀਕਸ਼ਿਤ ਸਟੇਟ 'ਚ ਔਰ ਸੈਂਟਰ 'ਚ ਵਾਜਪਾਈ ਦੀ ਸਰਕਾਰ ਹੈ, ਮੈਂ ਪੰਜਾਬੀ ਨੂੰ ਸੈਕੰਡ ਲੈਂਗੁਏਜ ਸਟੇਟਸ ਲੈ ਕੇ ਦਿੱਲੀ ਦੇ ਵਿੱਚ ਦਿੰਦਾ ਵਾਂ।
ਮੈਂ ਸਮਝਦਾ ਕਿ ਕਿਤੇ ਸਾਡੇ ਤੇ NSA ਲੱਗਦਾ ਪਿਆ, ਕਿਤੇ ਮੇਰੇ ਤੇ ਬੰਬ ਕੇਸ, ਟ੍ਰਾਂਜ਼ਿਸਟਰ ਬੰਬ ਕੇਸ ਪਾਏ ਜਾ ਰਹੇ ਨੇ, ਕਿਤੇ ਸਾਡੇ ਉੱਤੇ ਕਿੱਡਾ ਤੇ ਮੇਰੇ ਤੇ ਹਮਲੇ ਕਿੱਡੇ ਹੋਏ ਨੇ। ਮੈਂ ਇਹ ਸਮਝਦਾ ਵਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੌਮ ਲਈ ਲੜੇ ਆ, ਔਰ ਸੈਟੀਸਫੈਕਸ਼ਨ ਹੈ ਕਿ ਜਿਹੜੇ ਚੀਜ਼ ਨੂੰ ਹੱਥ ਪਾਇਆ ਉਹ ਕੰਮ ਕਰਕੇ ਵਿਖਾਏ ਨੇ। ਉਹ ਭਾਵੇਂ ਐਜੂਕੇਸ਼ਨ ਹੋਵੇ, ਭਾਵੇਂ ਉਹ ਧਰਮ ਪ੍ਰਚਾਰ ਦਾ ਹੋਵੇ, ਭਾਵੇਂ ਸਿੱਖੀ ਮਸਲੇ। ਤੁਸੀਂ ਮੈਨੂੰ ਤਾਂ ਹੁਣ ਤੁਸੀਂ ਵਿਜ਼ਨ ਪੁੱਛਿਆ ਤਾਂ ਮੈਂ ਜੋ ਕੰਮ ਕੀਤੇ ਨੇ ਮੈਨੂੰ ਗੱਲਾਂ ਯਾਦ। ਤੁਸੀਂ ਇਹ ਦੱਸੋ ਕਿ ਕੁੱਕੀ ਗਿੱਲ ਦੀ ਫਾਂਸੀ ਕਿੱਦਾਂ ਰੁਕਦੀ ਹੈ ਲਲਿਤ ਮਾਕਨ ਦੇ ਕੇਸ ਦੇ ਵਿੱਚ। ਤੁਸੀਂ ਇਹ ਦੱਸੋ ਪ੍ਰੋਫੈਸਰ ਭੁੱਲਰ ਕਿੱਦਾਂ ਬਰੀ ਹੁੰਦੇ ਨੇ, ਵਰਿਆਮ ਸਿੰਘ ਹੋਰੀ ਕਿੱਦਾਂ ਬਰੀ ਹੁੰਦੇ ਨੇ। ਤੁਸੀਂ ਪੌਂਟਾ ਸਾਹਿਬ ਦੇ ਸਰ ਸਤਨਾਮ ਸਿੰਘ ਜਿਹੜੇ 17.5 ਸਾਲ ਬਾਹਰ ਕੈਦ ਭੁਗਤ ਕੇ ਆਉਂਦੇ ਨੇ ਹਾਈਜੈਕਿੰਗ ਦੀ, ਉਹਨਾਂ ਨੂੰ ਫਿਰ ਅਰੈਸਟ ਕਰ ਲੈਂਦੇ ਨੇ। ਉਹ ਲੜਾਈ ਕੌਣ ਲੜਦਾ ਹੈ? ਮੈਂ ਸਮਝਦਾ ਵਾਂ ਕਿ ਮਲਟੀ ਡਿਮੈਂਸ਼ਨਲ ਅਸੀਂ ਕੰਮ ਕੀਤਾ। ਫਿਰ ਮਿਨੋਰਟੀ ਸਟੇਟਸ, ਜਿਸ ਦਿਨ ਮੈਂ ਚਾਰਜ ਲੈਣਾ ਵਾਂ ਉਸ ਦਿਨ 35 ਲੱਖ ਰੁਪਏ ਸਾਲ ਦਾ ਮਿਨੋਰਟੀ ਫੀ ਲਈ ਜਾਂਦੀ ਸੀ। ਜਿਸ ਦਿਨ ਮੈਂ ਛੱਡ ਕੇ ਆਉਣਾ ਵਾਂ ਉਸ ਦਿਨ 62 ਕਰੋੜ ਰੁਪਇਆ ਮੈਂ ਮਿਨੋਰਟੀਜ਼ ਦੀ ਫੀ ਆਪਣੇ ਸਿੱਖ ਬੱਚਿਆਂ ਨੂੰ ਲੈ ਕੇ ਦਿੰਦਾ ਵਾਂ। ਇਹ ਮੈਂ ਫੀਸ ਦੀ ਗੱਲ ਕਰ ਰਿਹਾ ਵਾਂ। 1984 ਦੀ ਵਿਡੋਜ਼ ਦੀ ਪੈਨਸ਼ਨ ਕਿੰਨੇ ਲਗਾਈ ਹੈ, ਉਹਨਾਂ ਦੇ ਵਿਆਹ ਸ਼ਾਦੀਆਂ, ਬੱਚਿਆਂ ਦੀ ਐਜੂਕੇਸ਼ਨ ਕਿੰਨੇ ਕੀਤੀ ਹੈ। ਇੱਕ ਬਹੁਤ ਲੰਬੀ ਲਿਸਟ ਹੈ ਕੰਮਾਂ ਦੀ। ਹਲੇ ਵੀ ਮੈਨੂੰ ਅੱਧੇ ਕੰਮ ਭੁੱਲ ਗਏ ਹੋਣਗੇ ਜਿਹੜੇ ਅਸੀਂ ਕੀਤੇ ਹੋਣਗੇ, ਔਰ ਮੈਂ ਨਹੀਂ ਕੀਤੇ, ਇਹ ਗੁਰੂ ਨੇ ਲਏ ਨੇ। ਮੇਰੇ ਪਿਤਾ ਜਹਦਰ ਸੰਤੋਖ ਸਿੰਘ ਇੱਕੋ ਗੱਲ ਕਹਿੰਦੇ ਸੀ, ਉਹ ਮੈਂ ਆਪਣੇ ਦਿਲ ਦੇ ਕੋਲ ਰੱਖਦਾ ਵਾਂ। ਦਿੱਲੀ 'ਚ ਹਜ਼ਾਰਾਂ ਸੰਤੋਖ ਸਿੰਘ ਸੀ। ਮੈਨੂੰ ਕਹਿੰਦੇ ਇੱਕ ਦਿਨ, ਮੈਨੂੰ ਬਿੱਟੂ ਘਰ ਦਾ ਨਾਂ ਸੀ, ਬਿੱਟੂ ਹਜ਼ਾਰਾਂ ਸੰਤੋਖ ਸਿੰਘ ਨੇ, ਲੇਕਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੈਨੂੰ ਕਲਗੀ ਲਾਣੀ ਸੀ, ਮੇਰੇ ਹੱਥੋਂ ਕੰਮ ਲੈ ਲਿਆ। ਕਤਵਾਲੀ ਲੈ ਲਈ, ਬੰਗਲਾ ਸਾਹਿਬ ਦੀ ਸੜਕ ਬੰਦ ਕਰਾਤੀ, ਸਰੋਵਰ ਦੀ ਥਾਂ ਲੰਗਰ ਦੀ ਥਾਂ ਬੰਗਲਾ ਸਾਹਿਬ ਦੀ, ਮੋਤੀ ਬਾਗ ਸਾਹਿਬ, ਮਾਤਾ ਸੁੰਦਰੀ, ਨਾਨਕ ਪਿਓ, ਦਮਦਮਾ ਸਾਹਿਬ, ਨਾਮ ਲੈਂਦੇ ਚਲੇ ਜਾਓ। 17 ਸਕੂਲਾਂ ਦੀ ਜ਼ਮੀਨਾਂ ਲੈ ਲਈਆਂ। ਇਹ ਛੱਡ ਦਿਓ, ਜੇ ਇਤਿਹਾਸ ਵੱਲ ਆ ਜਾਓ। ਕਿਹਨੂੰ ਇਤਿਹਾਸ ਪਤਾ ਸੀਗਾ ਕਿ ਲਾਲ ਕਿਲ੍ਹੇ ਦੇ ਉੱਤੇ ਸਿੱਖਾਂ ਨੇ ਕੇਸਰੀ ਨਿਸ਼ਾਨ ਝੁਲਾਇਆ ਸੀ 1783 'ਚ? ਬਾਬਾ ਬਗੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਕੌਣ ਜਾਣਦੇ ਸੀਗੇ? ਪ੍ਰਧਾਨ ਮੰਤਰੀ ਆ ਕੇ ਛੋਲੇ ਗਾ ਕੇ ਜਾਂਦਾ ਕੁਤਬ ਮੀਨਾਰ 'ਤੇ, ਅਸੀਂ ਉਹਨਾਂ ਦਾ ਦਿਨ ਮਨਾਉਂਦੇ ਹਾਂ ਸ਼ਹਾਦਤ ਦਾ। ਮੈਂ ਸਮਝਦਾ ਕਿ ਗੁਰੂ ਨੇ ਬਹੁਤ ਸੇਵਾ ਲਈ, ਔਰ ਇਹੀ ਜਿਹੜੇ ਕੰਮ ਕੀਤੇ ਨੇ, ਇਹੀ ਵਿਜ਼ਨ ਨੇ ਕਿ ਅਸੀਂ ਅੱਗੇ ਚੱਲਣਾ ਕਿਵੇਂ। ਅਸੀਂ ਆਉਣ ਵਾਲੀ ਪਨੀਰ ਨੂੰ, ਹਾਂ ਅਗਲੀ ਗੱਲ, ਇੱਕ ਵਿਜ਼ਨ ਹੋਰ ਹੈ। ਤੁਸੀਂ ਮੈਨੂੰ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲੇ ਗੱਲ ਕੀਤੀ ਸੀ ਕਿ ਅਸੀਂ ਸਿਰਫ ਗੋਲਕ 'ਤੇ ਡਿਪੈਂਡੈਂਟ ਰਹਿ ਜਾਂਗੇ, ਗੁਰੂ ਦੀ ਗੋਲਕ 'ਤੇ ਡਿਪੈਂਡੈਂਟ ਰਵਾਂਗੇ ਹੌਲੀ ਹੌਲੀ ਆਪਣਾ, ਕਿਉਂਕਿ ਸਾਡੇ ਨਾ ਖਰਚੇ ਵੱਧ ਗਏ ਨੇ, ਐਕਸਪੈਕਟੇਸ਼ਨ ਵੱਧ ਗਈ ਹੈ। ਅੱਜ ਆਪਣੇ ਗਰੀਬ ਬੰਦੇ ਜਿਹੜੇ ਥੱਲੇ ਰਹਿ ਗਏ ਨੇ, ਉਹਨਾਂ ਨੂੰ ਅਸੀਂ ਕਿਵੇਂ ਚੁੱਕਣਾ। ਮੈਂ ਸਮਝਦਾ ਕਿ ਮੇਰੇ ਕੋਲ ਐਸਾ ਵਿਜ਼ਨ ਹੈਗਾ ਕਿ ਮੈਂ ਇਹਨਾਂ ਨੂੰ ਐਂਟਰਪ੍ਰੈਨਿਓਰਸ਼ਿਪ ਦਿਆਂਗਾ, ਮੈਂ ਇਹਨਾਂ ਨੂੰ ਸੈਲਫ ਰਿਲਾਇੰਸ ਦਿਆਂਗਾ। ਮੈਂ ਗੁਰੂ ਘਰ ਦੇ ਵਿੱਚ, ਹੁਣ ਇੱਥੇ ਤੁਹਾਡਾ ਕਾਰਪੋਰੇਟ ਸੈਕਟਰ ਆ ਜਾਂਦਾ, ਇੱਥੇ ਤੁਹਾਡਾ ਕਾਰਪੋਰੇਟ ਸੈਕਟਰ ਜਿਹੜਾ ਹੈਗਾ ਉਹ ਮੈਂ ਉਹਨਾਂ ਕੁ ਯੂਜ਼ ਕਰਾਂਗਾ ਕਿ ਜਿਹੜਾ ਉਹਦਾ ਪ੍ਰੋਫਿਟ ਆਏਗਾ ਉਸ ਨੂੰ ਕੋਈ ਘਰ ਨਾ ਲਿਜਾ ਸਕੇ। ਉਹ ਮੇਰਾ ਅੱਜ ਸਿਕਲੀ ਕਰ ਵੀਰ ਹੋਵੇ, ਜਾਂ ਮੇਰਾ ਕੋਈ ਬਿਲੋ ਪਾਵਰਟੀ ਲਾਈਨ ਵੀਰ ਹੋਵੇ, ਜਾਂ ਉਹਨਾਂ ਦੇ ਇਲਾਜ ਵਾਸਤੇ ਮੈਨੂੰ ਕਿਤੇ ਪੈਸੇ ਦੇਣੇ ਹੋਣਗੇ, ਮੈਂ ਉਹਨਾਂ ਦੀ ਐਜੂਕੇਸ਼ਨ ਵਾਸਤੇ ਪੈਸੇ ਦਿਆਂਗਾ। ਮੈਂ ਸਕੂਲ ਆਫ ਐਕਸੀਲੈਂਸ ਬਣਾਵਾਂਗਾ ਕਿ ਜਿੱਥੇ IAS IPS IRS ਸਾਡੇ ਬੱਚੇ ਕਿਉਂ ਨਾ ਪੜ੍ਹਨ। ਜੇ ਬਿਹਾਰ ਦੇ 30 ਬੱਚੇ ਇੱਕੋ ਬੰਦਾ ਪੜ੍ਹਾ ਕੇ ਹਰ ਸਾਲ IAS ਬਣਾ ਦਿੰਦਾ। ਮੈਂ ਸਮਝਦਾ ਇਹ ਕੁਝ ਵਿਜ਼ਨ ਨੇ ਜਿਹੜੇ ਮੈਂ ਕਰਨਾ ਚਾਹਾਂਗਾ। ਮਨਜੀਤ ਜੀ, ਇੱਕ ਚੀਜ਼ ਮੈਂ ਆਪ ਜੀ ਕੋਲ ਪੁੱਛਣਾ ਚਾਹਾਂਗਾ ਕਿ ਤੁਹਾਡੇ ਉੱਤੇ ਬਹੁਤ ਸਾਰੇ ਕਰਪਸ਼ਨ ਦੇ ਚਾਰजेस ਲੱਗੇ, ਤੁਸੀਂ ਉਹਦੇ ਵਾਸਤੇ ਅਸਤੀਫਾ ਵੀ ਦਿੱਤਾ, ਤੇ ਉਸ ਟਰਮੋਇਲ ਤੋਂ ਤੁਸੀਂ ਗੁਜ਼ਰ ਰਹੇ ਹੋਣੇ ਹੋ। ਮੈਂ ਪੂਰੀ ਤਰ੍ਹਾਂ ਨਾਲ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰ ਸਕਦਾ ਕਿ ਬੰਦੇ ਦੇ ਉੱਤੇ ਜਿਸ ਵਕਤ ਇੰਨੇ ਸਾਰੇ ਇਲਜ਼ਾਮ ਲੱਗੇ ਹੋਣ, ਉਹਦਾ ਸਟੇਟ ਆਫ ਮਾਈਂਡ ਕੀ ਹੋਏਗਾ। ਤੁਸੀਂ ਇਸ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਕੋਲ ਸਫਾਈ ਨਹੀਂ ਮੰਗ ਰਿਹਾ, ਪਰ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਨਾ ਹੈਗਾ ਕਿ ਜਿਸ ਬੰਦੇ ਤੇ ਇੰਨੇ ਇਲਜ਼ਾਮ ਲੱਗੇ ਹੋਣ, ਉਹਦਾ ਸਟੇਟ ਆਫ ਮਾਈਂਡ ਕੀ ਹੁੰਦਾ ਹੈ, ਉਹ ਕਿਸ ਤਰੀਕੇ ਨਾਲ ਇਹਨੂੰ ਫੇਸ ਕਰਦਾ ਹੈਗਾ। ਸਿਰਫ ਇੱਕ ਇਲਜ਼ਾਮ ਕਿ ਚੋਰੀ ਕਰ ਗਿਆ, ਖਾ ਗਿਆ, ਲੁੱਟ ਕੇ ਲੈ ਗਿਆ, ਕੀ ਪ੍ਰੂਫ ਕਰ ਸਕੇ? ਇਹ ਵੀ ਛੱਡ ਦਿਓ। ਤੁਸੀਂ ਮੈਨੂੰ ਸਵਾਲ ਕੀਤਾ ਕਿ ਸਟੇਟ ਆਫ ਮਾਈਂਡ ਕੀ ਸੀ। ਉਸ ਤੋਂ ਵੱਡਾ ਦੁੱਖ ਕੋਈ ਹੋ ਨਹੀਂ ਸਕਦਾ ਕਿ ਤੁਸੀਂ ਕੌਮ ਲਈ ਮਰਨ ਤੱਕ ਜਾਓ, ਤੁਸੀਂ ਵੱਡੇ ਵੱਡੇ ਸਾਂਢਾਂ ਨਾਲ ਭੇੜ ਕਰ ਲਓ, ਔਰ ਮੇਰੇ 'ਤੇ ਇਲਜ਼ਾਮ ਲੱਗ ਰਹੇ ਨੇ ਮੇਰੇ ਪੋਲੀਟੀਕਲ ਦੁਸ਼ਮਣਾਂ ਵੱਲੋਂ, ਉਹਨਾਂ ਕੋਲੋਂ ਜਿਨ੍ਹਾਂ ਦੇ ਖਿਲਾਫ ਮੈਂ ਡੇਰੇ ਮਾਫੀ 'ਤੇ ਬੋਲਿਆ ਹੋਵਾਂ, ਜਿਨ੍ਹਾਂ ਦੇ ਖਿਲਾਫ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਬੋਲਿਆ, ਆਪਣੀ ਪਾਰਟੀ 'ਚ ਰਹਿ ਕੇ ਬੋਲਿਆ ਹੋਵਾਂ, ਜਿਨ੍ਹਾਂ ਨੂੰ ਇਹ ਤਕਲੀਫ ਸੀ ਕਿ 2017 'ਚ ਮਨਜੀਤ ਸਿੰਘ ਇਕੱਲੇ ਬਗੈਰ ਸਾਡੀਆਂ ਫੋਟੋਆਂ ਤੋਂ ਇਲੈਕਸ਼ਨ ਕਿੱਦਾਂ ਜਿੱਤ ਗਿਆ। ਉਹਨਾਂ ਨੇ ਇਲਜ਼ਾਮ ਲਾਣੇ ਸੀ, ਮੈਨੂੰ ਖਤਮ ਕਰਨਾ ਸੀ। ਮੈਂ ਵੀ ਛੱਡ ਕੇ ਮੈਂ ਅਸਤੀਫਾ ਦਿੱਤਾ ਨਾ, ਮੈਂ ਘਰ ਬਹਿ ਗਿਆ ਸੀ, ਬਹਿਰੀ ਆਉਣਾ ਸੀ,
ਲੇਕਿਨ ਰੋਜ਼ ਅਖਬਾਰਾਂ ਦੇ ਵਿੱਚ, ਰੋਜ਼ ਸੋਸ਼ਲ ਮੀਡੀਆ ਤੇ ਜੋ ਮੇਰੇ ਖਿਲਾਫ, ਮੇਰੇ ਪਰਿਵਾਰ ਦੇ ਖਿਲਾਫ ਇਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ, ਮੈਨੂੰ ਦੁਬਾਰਾ ਖੜਾ ਹੋਣਾ ਪਿਆ। ਨਹੀਂ ਤੇ ਤੁਹਾਡੀ ਗੱਲ ਠੀਕ ਹੈ ਕਿ ਮੈਂ ਸਿਆਸਤ ਨੂੰ ਅਲਵਿਦਾ ਕਹਿ ਗਿਆ ਸੀ ਕਿ ਮੈਂ ਧਰਮ ਦੀ ਸਿਆਸਤ ਤੋਂ ਪਰੇ ਚਲੇ ਜਾਵਾਂਗਾ, ਲੇਕਿਨ ਦੁਬਾਰਾ ਮੈਨੂੰ ਇਹਨਾਂ ਨੇ ਲੈ ਕੇ ਆਏ ਨੇ, ਔਰ ਮੈਨੂੰ ਜੇ ਲੈ ਕੇ ਆਏ ਨੇ, ਹੁਣ ਉਹਦਾ ਵੀ ਨਿਪਟਾਰਾ ਸੰਗਤ ਕਰ ਦੇਗੀ, ਇਹਨਾਂ ਦਾ ਵੀ ਨਿਪਟਾਰਾ ਸੰਗਤ ਕਰ ਦੇਗੀ, ਫੈਸਲਾ ਸੰਗਤ ਤੇ ਹੋਏਗਾ। ਲੇਕਿਨ ਮੈਂ ਅੱਜ ਤੁਹਾਡੇ ਸਾਹਮਣੇ ਬੜੇ ਫਕਰ ਨਾਲ ਕਹਾਂਗਾ ਜਿਹੜੀ ਗੱਲ ਤੁਸੀਂ ਕਹੀ ਹੈ। ਮੇਰੇ ਤੋਂ ਪਹਿਲੇ ਸਰਨਾ ਸਾਹਿਬ ਤੇ ਇਲਜ਼ਾਮ ਲੱਗਾ, ਮੇਰੇ ਤੋਂ ਪਹਿਲੇ ਇਲਜ਼ਾਮ ਨਹੀਂ, FIR ਹੋਈ। ਸਰਸਾ ਸਾਹਿਬ ਤੇ ਹੁਣ FIRਾਂ ਹੋਈਆਂ, ਕਿਸੇ ਨੇ ਅਸਤੀਫਾ ਦਿੱਤਾ। ਮੈਂ ਆਪਣੇ ਤੇ ਇਲਜ਼ਾਮ ਲੱਗਣ ਤੇ ਅਸਤੀਫਾ ਦੇ ਕੇ ਬਾਹਰ ਆ ਗਿਆ ਸੀਗਾ। ਮੈਂ ਸਮਝਦਾ ਵਾਂ ਕਿ ਮੈਂ ਉਸ ਸੀਟ ਤੇ ਨਹੀਂ ਬੈਠਾ ਕਿ ਤੁਸੀਂ ਫੜ ਲਓ ਜਿਹੜੀ ਮੈਂ ਚੋਰੀ ਕੀਤੀ ਹੈ, ਪ੍ਰੂਫ ਕਰ ਦਿਓ। ਅੱਜ 2.5 ਸਾਲ ਹੋ ਗਏ ਨੇ, ਕਲੋਜ਼ਰ ਫਾਈਲ ਹੁੰਦੀ ਪਈ ਹੈ। ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵੀ ਨਿਪਟਾਰਾ ਹੋਏਗਾ। ਚੰਗਾ ਹੁੰਦਾ ਕਿ ਸਰਨਾ ਸਾਹਿਬ ਆਪਣੇ ਵਕਤ ਅਸਤੀਫਾ ਦੇ ਦਿੰਦੇ, ਸਰਸਾ ਸਾਹਿਬ ਹੁਣ ਅਸਤੀਫਾ ਦੇ ਕੇ ਬਾਹਰ ਆ ਜਾਣ। ਜਿੱਦਾਂ ਮੈਂ FIR ਹੋਣ ਤੋਂ ਪਹਿਲੇ ਅਸਤੀਫਾ ਦੇ ਆਇਆ ਸੀ, ਸਰਸਾ ਸਾਹਿਬ ਤੇ 3 FIRਾਂ ਹੋ ਗਈਆਂ ਨੇ। ਪਾਸਪੋਰਟ ਦਾ ਵੀ ਉਹਨਾਂ ਦੇ ਰੋਕਣ ਦੀ ਖਬਰਾਂ ਸੁਣਦੇ ਪਏ ਹਾਂ। ਮੈਂ ਸਮਝਦਾ ਵਾਂ ਇਹ ਫੈਸਲਾ ਆਉਣ ਵਾਲਾ ਵਕਤ ਹੈ। ਸਾਧ ਸੰਗਤ ਜੀ, ਆਪ ਜੀ ਨੇ ਇੱਕ ਚੀਜ਼ ਨੋਟ ਕੀਤੀ ਕਿ ਨਹੀਂ ਕੀਤੀ, ਮੈਂ ਬੜੇ ਗੌਰ ਨਾਲ ਮਨਜੀਤ ਜੀ ਨੂੰ ਸੁਣ ਰਿਹਾ ਸੀਗਾ। ਬਜਾਏ ਆਪਣਾ ਵਿਜ਼ਨ ਦੱਸਣ ਦੇ, ਇਹਨਾਂ ਨੇ ਉਹ ਚੀਜ਼ਾਂ ਦੱਸੀਆਂ ਜੋ ਇਹਨਾਂ ਦੀ ਮੁੱਢ ਸੀ, ਇਹਨਾਂ ਦਾ ਪਾਸ ਸੀਗਾ, ਇਹਨਾਂ ਦੀ USP ਸੀਗੀ ਕਿ ਇਹਨਾਂ ਦੇ ਪਰਿਵਾਰ ਨੇ ਤੇ ਇਹਨਾਂ ਨੇ ਅੱਜ ਤੱਕ ਇੰਨੇ ਸਾਲਾਂ ਵਿੱਚ ਕੀ ਕੀਤਾ। ਇੱਕ ਐਸਾ ਬੱਚਾ ਜਿਨ੍ਹਾਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਹਨੇ ਆਪਣੇ ਆਪ ਨੂੰ ਇੰਨੇ ਸਾਲਾਂ ਵਿੱਚ ਬਣਾਇਆ, ਤਿਆਰ ਕੀਤਾ ਤੇ ਆਪ ਜੀ ਦੀ ਸੇਵਾ ਲਈ ਹਾਜ਼ਰ ਕੀਤਾ ਤੇ ਪ੍ਰਧਾਨਗੀ ਵੀ ਨਿਭਾਈ। ਅੱਜ ਉਹ ਦੁਬਾਰਾ ਫਿਰ ਇਲੈਕਸ਼ਨ ਵਿੱਚ ਖੜੇ ਹੋ ਰਹੇ ਨੇ ਤੇ ਨਾਲ ਇਹਨਾਂ ਨੇ ਆਪਣਾ ਵਿਜ਼ਨ ਤੁਹਾਡੇ ਤੇ ਛੱਡ ਦਿੱਤਾ ਕਿ ਜਿਸ ਬੰਦੇ ਨੇ ਤੇ ਜਿਸ ਬੰਦੇ ਦੀ ਫੈਮਿਲੀ ਨੇ ਇੰਨਾ ਕੁਝ ਕੌਮ ਲਈ ਕੀਤਾ, ਉਹ ਅੱਗੇ ਕੀ ਕਰ ਸਕਦਾ ਹੈ, ਇਹਦਾ ਫੈਸਲਾ ਤੁਸੀਂ ਆਪ ਲੋਕ ਕਰ ਸਕਦੇ ਹੈਗੇ ਹੋ। ਆਉਣ ਵਾਲੇ ਇਲੈਕਸ਼ਨਾਂ ਵਿੱਚ ਤੁਸੀਂ ਸੋਚ ਕੇ ਜਿਸ ਨੂੰ ਵੋਟ ਦੇਣਾ ਹੋਏ, ਇਹ ਚੀਜ਼ ਸੋਚ ਕੇ ਦੇਣਾ ਕਿ ਕੌਣ ਤੁਹਾਡੇ ਲਈ ਕੀ ਕਰ ਸਕਦਾ ਹੈ। ਇਹਨਾਂ ਸ਼ਬਦਾਂ ਨਾਲ ਅਸੀਂ ਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਅਭਿਨੰਦਨ ਕਰਨੇ ਹੈਗੇ ਹਾਂ ਤੇ ਬਹੁਤ ਥੈਂਕਸ ਕਰਨੇ ਆਪ ਜੀ ਦਾ ਕਿ ਆਪਨੇ ਟਾਈਮ ਕੱਢਿਆ ਸਾਡੇ ਵਾਸਤੇ। ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਫਿਰ ਮੁਲਾਕਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।